ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੇਮੁਖ ਮਨੁਜ ਉਲੂਕ ਜੋ, ਸਾਕਤ ਮਨ ਬਚਕਾਏ। ਤਿਨ ਕੇ ਸੰਗ ਨ ਬਹਿਸ ਹੋ, ਨਹਿ ਕਛ ਕਹੂੰ ਅਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਉਹ ਵੱਡਿਆਂ ਭਾਗਾਂ ਵਾਲੇ ਹੋ ਕਿ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਦਰਬਾਰ ਵਿੱਚ ਪਿਛਲੇ ਪਹਿਰਾਂ ਦੇ ਸੰਧਿਆ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰ ਹੋ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਤੇ ਦੁਰਲਭ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਜਗਤ ਗੁਰੂ ਜਗਤ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਿਨਾਂ ਦਾ ਪਾਵਨ ਪਵਿੱਤਰ ਇਤਿਹਾਸ, ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਕਾਰ ਸ਼ਰਧਾ ਸਹਿਤ ਸਰਵਣ ਕਰਨ ਲਈ ਗੁਰੂ ਚਰਨਾਂ 'ਚ ਆਪ ਜੀ ਨਿਤਾ ਪ੍ਰਤੀ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜਦੇ ਹੋ। ਭਾਈ ਸਾਹਿਬ ਭਾਈ ਬਾਲਾ ਜੀ ਦੀ ਜਿਹੜੀ ਜਨਮ ਸਾਖੀ ਹੈ ਉਹਦਾ ਅਨੁਵਾਦ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਕੀਤਾ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਭਾਈ ਹਿੰਦਾਲ ਦੇ ਅੱਗੇ ਔਲਾਦ ਹੋਈ ਹੈ, ਹਿੰਦਾਲੀਆਂ ਨੇ ਉਹਦੇ 'ਚ ਵਿਗਾੜ ਕੀਤਾ ਸੀ, ਰਲਗੜ ਕੀਤੀ ਸੀ, ਜਿਹਦੀ ਸੋਧ ਭਾਈ ਸੰਤੋਖ ਸਿੰਘ ਜੀ ਨੇ ਕੀਤੀ। ਉਹ ਹਿੰਦਾਲੀਏ ਕਿਵੇਂ ਗੁਰੂ ਘਰ ਦੇ ਵਿਰੋਧੀ ਤੇ ਗੁਰੂ ਲੋਪੀ ਹੋਏ, ਉਹਦਾ ਕੁਝ ਅਨੁਵਾਦ ਜ਼ਿਕਰ ਪਿੱਛੇ ਮਹਾਂਕਵੀ ਜੀ ਨੇ ਕੀਤਾ, ਆਪਾਂ ਸਰਵਣ ਕੀਤਾ। ਕਿਉਂਕਿ ਸਰੋਤਿਆਂ ਨੇ ਬੇਨਤੀ ਕੀਤੀ ਸੀ ਭਾਈ ਸੰਤੋਖ ਸਿੰਘ ਜੀ ਨੂੰ ਕਿ ਮਹਾਂਕਵੀ ਜੀ ਭਾਈ ਬਾਲੇ ਵਾਲੀ ਜਨਮ ਸਾਖੀ 'ਚ ਕਥਾ ਹੋਰ ਤਰ੍ਹਾਂ ਲਿਖੀ ਹੈ, ਤੁਸੀਂ ਹੋਰ ਤਰੀਕੇ ਨਾਲ ਬਿਆਨ ਕਰ ਰਹੇ ਹੋ। ਤਾਂ ਭਾਈ ਸਾਹਿਬ ਨੇ ਕਿਹਾ ਸੀ ਕਿ ਮੈਂ ਜੋ ਮੂਲ ਹੈ ਗੁਰੂ ਨਾਨਕ ਸਾਹਿਬ ਦੀ ਮਹਿਮਾ ਦੀ ਕਥਾ ਉਹ ਵਰਣਨ ਕੀਤੀ ਹੈ। ਹਿੰਦਾਲੀਆਂ ਨੇ ਜਿਹੜਾ ਵਿਗਾੜ ਕੀਤਾ ਸੀ ਉਹਦੀ ਸੋਧ ਕੀਤੀ ਹੈ। ਜਿਹੜੇ ਸਾਕਤ ਤੇ ਦੁਰਜਨ ਲੋਕ ਹੁੰਦੇ ਐ ਉਹਨਾਂ ਦਾ ਸੁਭਾਅ ਹੁੰਦਾ ਬਹਿਸ ਕਰਨੀ, ਬਿਨਾਂ ਕਾਰਨ ਤੋਂ ਬਹਿਸ ਕਰੀ ਜਾਣੀ। ਉਹਨਾਂ ਬਾਬਤ ਅੱਜ ਦੀ ਕਥਾ ਵਿੱਚ ਵਰਣਨ ਹੋ ਰਿਹਾ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰਦੇਵ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਧੰਨ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੇਮੁਖ ਮਨੁਜ ਉਲੂਕ ਜੋ, ਸਾਕਤ ਮਨ ਬਚਕਾਏ। ਜਿਹੜੇ ਬੇਮੁਖ ਲੋਕ ਹੁੰਦੇ ਆ ਨਾ, ਉੱਲੂਆਂ ਦੇ ਸਮਾਨ ਨੇ, ਕਿਉਂਕਿ ਉੱਲੂ ਨੂੰ ਸੂਰਜ ਚੰਗਾ ਨਹੀਂ ਲੱਗਦਾ। ਕਮਲ ਦੇ ਫੁੱਲ ਲਈ ਚਕਵੀ ਤੇ ਚਕਵੀਆਂ ਲਈ ਸੂਰਜ ਬੜਾ ਲਾਹੇਵੰਦ ਹੈ, ਪਰ ਜਿਹੜੇ ਉੱਲੂ ਤੇ ਚਮਗਿੱਦੜ ਹੁੰਦੇ ਨੇ ਉਹਨਾਂ ਵਾਸਤੇ ਸੂਰਜ ਜਿਹੜਾ ਉਹ ਬੜਾ ਦੁਖਦਾਈ ਹੈ। ਇੱਦਾਂ ਜਿਹੜੇ ਸਤਿਗੁਰਾਂ ਤੋਂ ਬੇਮੁਖ ਲੋਕ ਨੇ ਉਹ ਉੱਲੂਆਂ ਦੇ ਸਮਾਨ ਨੇ, ਉਹਨਾਂ ਨੂੰ ਗੁਰੂ ਦਾ ਜਸ ਚੰਗਾ ਨਹੀਂ ਲੱਗਦਾ। ਔਰ ਮਨ ਬਚ ਕਾਏ, ਇਹਦਾ ਮਤਲਬ ਹੁੰਦਾ ਵੀ ਮਨ ਬਚ ਤੇ ਕਰਮ ਕਰਕੇ
ਉਹ ਸਾਕਤ ਤੇ ਦੁਰਜਨ ਹਨ। ਮਨ ਕਰਕੇ ਵੀ ਸਾਕਤ ਨੇ, ਬਚਨ ਕਰਕੇ ਵੀ ਸਾਕਤ ਨੇ, ਤੇ ਸਰੀਰ ਕਰਕੇ, ਕਾਇਆ ਕਰਕੇ ਵੀ ਉਹ ਸਾਕਤ ਨੇ, ਜਿਹੜੇ ਗੁਰੂ ਸਾਹਿਬ ਜੀ ਤੋਂ ਬੇਮੁਖ ਹਨ। ਤਿਨ ਕੇ ਸੰਗ ਨ ਬਹਿਸ ਹੋ, ਨਹਿ ਕਛ ਕਹੋ ਅਲਾਏ। ਭਾਈ ਸਾਹਿਬ ਕਹਿੰਦੇ ਜਿਹੜੇ ਇਹੋ ਜਿਹੇ ਸਾਕਤ ਨੇ, ਮੈਂ ਉਹਨਾਂ ਨਾਲ ਬਹਿਸ ਨਹੀਂ ਕਰਦਾ। ਸਾਕਤਾਂ ਨਾਲ ਬਹਿਸ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ, ਉਹਨਾਂ ਤੇ ਮੰਨਣਾ ਨਹੀਂ, ਸਗੋਂ ਆਪਣਾ ਮਨ ਅਸ਼ਾਂਤ ਕਰਨ ਦੀ ਗੱਲ ਬਣ ਜਾਂਦੀ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਹੇ ਨੇ ਵੀ ਮੂਰਖ ਨਾਲ ਲੁੱਝਣ ਦੀ ਲੋੜ ਹੀ ਨਹੀਂ। ਕਹਿੰਦੇ ਜਿਹੜੇ ਸਾਕਤ ਨੇ, ਦੁਰਜਨ ਨੇ, ਉਹਨਾਂ ਦੇ ਨਾਲ ਮੈਂ ਨਹੀਂ ਬਹਿਸਦਾ, ਉਹਨਾਂ ਨਾਲ ਬਹਿਸ ਕਰਕੇ ਆਪਣਾ ਸਮਾਂ ਖਰਾਬ ਨਹੀਂ ਕਰਦਾ। ਚੌਪਈ ਜੋ ਸਾਕਤ ਮਤ ਜਗਤ ਕੇ ਮਾਹੀ। ਜਿਹੜੇ ਸਾਕਤ ਮਤ ਦੇ ਧਾਰਨੀ ਇਸ ਜਗਤ ਵਿੱਚ ਲੋਕ ਹਨ, ਚਿਤ ਸਮਝਤ ਸੋ ਕਦਾਚਿਤ ਨਾਹੀ। ਉਹ ਕਦੇ ਨਹੀਂ ਸਮਝ ਸਕਦੇ, ਜਿੰਨਾ ਮਰਜ਼ੀ ਉਹਨਾਂ ਨੂੰ ਸਮਝਾ ਲਓ, ਸਾਕਤ ਕਦੇ ਨਹੀਂ ਸਮਝਦਾ। ਜੇ ਬਿਦ ਆਪ ਆਨ ਸਮਝਾਵੇ। ਜੇ ਖੁਦ ਬ੍ਰਹਮਾ ਵੀ ਆਪ ਆ ਕੇ ਸਮਝਾਉਣ ਲੱਗ ਪਏ ਨਾ ਉਹਨਾਂ ਨੂੰ, ਉਹ ਫਿਰ ਵੀ ਨਹੀਂ ਸਮਝਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਿਹੜਾ ਸਾਕਤ ਬੰਦਾ ਹੈ ਨਾ ਸੰਸਾਰ 'ਚ, ਜਿਹਦੀ ਮਤ ਸਾਕਤਾਂ ਵਾਲੀ ਆ, ਉਹਨੂੰ ਕੋਈ ਨਹੀਂ ਸਮਝਾ ਸਕਦਾ। ਉਹਨੂੰ ਜੇ ਬ੍ਰਹਮਾ ਵੀ ਆ ਕੇ ਸਮਝਾਵੇ, ਉਹਨੇ ਤਾਂ ਵੀ ਨਹੀਂ ਸਮਝਣਾ। ਹਾਂਜੀ, ਨਹੀਂ ਦੁਸ਼ਟਤਾ ਉਰ ਤੇ ਜਾਵੇ। ਉਹਦੇ ਹਿਰਦੇ ਦੀ ਜਿਹੜੀ ਦੁਸ਼ਟ ਬਿਰਤੀ ਹੈ, ਜਿਹਨੂੰ ਆਪਾਂ ਦੁਸ਼ਟਤਾਈ ਕਹਿੰਦੇ ਆ, ਉਹ ਦੁਸ਼ਟਤਾਈ ਦੀ ਬਿਰਤੀ ਉਸ ਸਾਕਤ ਦੇ ਅੰਦਰੋਂ ਕਦੇ ਨਹੀਂ ਜਾਂਦੀ। ਰਸ ਊਖ ਹੈ ਕਿ ਲਤਾ ਸੋ ਪਲ ਹੈ। ਕਹਿੰਦੇ ਉਹਨਾਂ ਦੀ ਹਾਲਤ ਇਦਾਂ ਦੀ ਹੈ ਵੀ ਜਿਵੇਂ ਕੋੜ ਤੁੰਬੀ ਦੀ ਵੇਲ ਹੁੰਦੀ ਹੈ ਨਾ, ਕੋੜ ਤੁੰਮੇ ਦੀ, ਉਸ ਵੇਲ ਨੂੰ ਤੁਸੀਂ ਗੰਨੇ ਦੇ ਰਸ ਨਾਲ ਪਾਲੋ, ਉਹਦੀ ਜੜ ਵਿੱਚ ਪਾਣੀ ਦੀ ਥਾਂ ਤੇ ਗੰਨੇ ਦੀ ਰੋਹ ਪਾਓ। ਕਿਉਂ? ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਉਹ ਕੋੜ ਤੁੰਬਾ ਜਿਹੜਾ ਉਹ ਮਿੱਠਾ ਹੋ ਜਾਏ। ਉਹਦੇ ਲਈ ਕੀ ਕਰੋ? ਕਹਿੰਦੇ ਕੋੜ ਤੁੰਮੀ ਦੀ ਜਿਹੜੀ ਵੇਲ ਹੈ, ਉਹਦੀ ਜੜ ਦੇ ਵਿੱਚ ਊਖੈ ਕਹਿੰਦੇ ਨੇ ਗੰਨੇ ਨੂੰ, ਗੰਨੇ ਦਾ ਰਸ ਪਾ ਦਿਓ। ਫਾਣਤ ਸੋ ਤੇ ਘਰ ਅਲ ਬਲ ਹੈ। ਫਾਣਤ ਕਹਿੰਦੇ ਨੇ ਮਿਸ਼ਰੀ ਨੂੰ, ਕਹਿੰਦੇ ਮਿਸ਼ਰੀ ਦੀ ਵਾੜ ਕਰ ਦਿਓ ਉਹਦੇ ਆਲੇ ਦੁਆਲੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਬੜੀ ਸੁੰਦਰ ਉਦਾਹਰਣ ਦੇ ਰਹੇ ਨੇ। ਕਹਿੰਦੇ ਭਾਈ ਕੋੜ ਤੁੰਮੀ ਦੀ ਵੇਲ ਨੂੰ ਤੁਸੀਂ ਗੰਨੇ ਦੇ ਰਸ ਨਾਲ ਉਹਦੀ ਜੜ ਨੂੰ ਸਿੰਚੋ, ਫਿਰ ਉਹਦੇ ਆਲੇ ਦੁਆਲੇ ਤੁਸੀਂ ਮਿਸ਼ਰੀ ਦੀ ਵਾੜ ਕਰ ਦਿਓ। ਸੀਤਾ ਕੰਧ ਪਰ ਬਦ ਹੈ ਸੋਏ। ਫਿਰ ਜਿਵੇਂ ਵੇਲ ਵਧਾਉਣ ਲਈ ਉਹਨੂੰ ਥੱਲੇ ਆਸਰਾ ਦੇਣਾ ਪੈਂਦਾ ਨਾ, ਤੇ ਕਹਿੰਦੇ ਖੰਡ ਦੀ ਕੰਧ ਬਣਾ ਕੇ ਤੇ ਖੰਡ ਦੀ ਕੰਧ ਦੇ ਉੱਤੇ ਉਸ ਵੇਲ ਨੂੰ ਪਾ ਦਿਓ ਵੀ ਉਹਦੇ ਤੇ ਵਧੇ। ਖੰਡ ਦੀ ਕੰਧ ਬਣਾ ਕੇ ਉਹਦੇ ਉੱਤੇ ਉਸ ਵੇਲ ਨੂੰ ਵਧਣ ਲਾ ਦਿਓ। ਕਟ ਤੁੰਬੀ ਕਬ ਮਧੁਰ ਨਾ ਹੋਏ। ਜਿਹੜੀ ਉਹਨੂੰ ਕੋੜ ਤੁੰਬੀ ਲੱਗਣੀ ਹੈ ਨਾ, ਕਹਿੰਦੇ ਉਹਨੇ ਕੌੜੀ ਰਹਿਣਾ, ਉਹਨੇ ਕਦੇ ਮਿੱਠੀ ਨਹੀਂ ਹੋਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਵੇਂ ਉਹਦੀ ਤੁਸੀਂ ਜੜ ਦੇ ਵਿੱਚ ਗੰਨੇ ਦਾ ਰੋਹ ਪਾ ਦਿਓ, ਉਹਦੇ ਆਲੇ ਦੁਆਲੇ ਮਿਸ਼ਰੀ ਦੀ ਵਾੜ ਕਰ ਦਿਓ, ਤੇ ਖੰਡ ਦੀ ਕੰਧ ਦੇ ਉੱਤੇ ਉਸ ਵੇਲ ਨੂੰ ਵਧਣ ਲਾ ਦਿਓ। ਜਿਹੜੀਆਂ ਉਹਨੂੰ ਤੁੰਮੀਆਂ ਲੱਗਣੀਆਂ ਨੇ ਨਾ, ਉਹ ਤੁੰਮੀਆਂ ਫਿਰ ਵੀ ਕੌੜੀਆਂ ਹੀ ਰਹਿਣੀਆਂ, ਕੁੜੱਤਣ ਭਰੀਆਂ ਰਹਿਣੀਆਂ। ਇਸੇ ਤਰ੍ਹਾਂ ਜਿਹੜਾ ਸਾਕਤ ਬੰਦਾ ਹੈ, ਜਿਹਦੀ ਬਿਰਤੀ ਵਿੱਚ ਸਾਕਤ ਆਈ ਹੈ, ਜਿਹਨੇ ਹਰ ਮੁੱਦੇ ਦੇ ਉੱਤੇ ਬਹਿਸ ਹੀ ਬਣਾਉਣੀ ਹੈ, ਉਹਨੂੰ ਪੰਥ ਨੇ ਬੜਾ ਸਤਿਕਾਰ ਦਿੱਤਾ, ਖਾਲਸੇ ਨੇ ਬੜਾ ਅਦਬ ਦਿੱਤਾ, ਹੱਥਾਂ ਤੇ ਚੁੱਕ ਲਿਆ। ਉਹਦੀਆਂ ਜੜ੍ਹਾਂ ਦੇ ਵਿੱਚ ਆਪਣੀ ਦਸਵੰਧ ਦੀ ਬੇਅੰਤ ਮਾਇਆ ਮਿੱਠੀ ਰੋਹ ਦੇ ਬਣਾ ਕੇ ਪਾਇਆ, ਵਾੜ ਬਣਾਈ, ਚਾਰੇ ਪਾਸੇ ਮਿਸ਼ਰੀ ਦੀ ਬੜਾ ਮਾਣ ਸਤਿਕਾਰ ਦਿੱਤਾ। ਪਰ ਉਹ ਮੁੜ ਕੇ ਫਿਰ ਕੋੜ ਤੁੰਮੀ ਦੀ ਕੋੜ ਤੁੰਮੀ ਰਹੀ, ਉਹਨੇ ਕਿੰਤੂ ਪਰੰਤੂ ਹੀ ਪੈਦਾ ਕੀਤੇ। ਸਾਕਤ ਦਾ ਸੁਭਾਅ ਹੈ, ਉਹ ਬਦਲਦਾ ਨਹੀਂ ਹੈ, ਉਹ ਜਿਉਂ ਕਾ ਤਿਉਂ ਹੀ ਬਣਿਆ ਰਹਿੰਦਾ ਹੈ। ਉਹਨੇ ਹਰ ਇੱਕ ਮੁੱਦੇ ਦੇ ਉੱਤੇ ਕਿੰਤੂ ਪਰੰਤੂ ਬਣਾਉਣਾ, ਬਹਿਸ ਬਣਾਉਣੀ ਹੈ। ਜਿਵੇਂ ਇੱਕ ਸੱਜਣ ਖੇਤਾਂ 'ਚ ਹਲ ਵਾਹੁੰਦਾ ਸੀ, ਲਾਗੇ ਕਿਸੇ ਸਿਆਣੇ ਬੰਦੇ ਨੇ ਆਖਿਆ, ਉਹ ਫਲੇ ਨੂੰ ਘਾਹ ਲੱਗਾ, ਇਹ ਘਾਹ ਪਾਸੇ ਕਰਕੇ ਫੜਾ ਡੂੰਘਾ ਕਰਕੇ ਮਾਰ। ਉਹਨੇ ਤਾਂ ਭਲੇ ਦੀ ਗੱਲ ਕਹੀ ਵੀ ਫਲੇ ਦੇ ਮੂੰਹ ਤੇ ਘਾਹ ਆ, ਵੀ ਪਾਸੇ ਕਰ ਲੈ। ਇਹ ਅੱਗੋਂ ਉਹਨੂੰ ਬਹਿਸ ਕਰਦਿਆਂ, ਲੜਾਈ ਕਰਦਿਆਂ ਕਹਿੰਦਾ, ਤੂੰ ਮੈਨੂੰ ਮੱਤਾਂ ਦੇਣਾ, ਤੁਹਾਡੀ ਬੁੜੀ ਮਰੀ ਸੀ, ਤੁਸੀਂ ਕਿਹੜਾ ਜਲੇਬੀਆਂ ਕੱਢੀਆਂ ਸੀ?
ਜਿਹੜੇ ਕਿੰਤੂ ਪਰੰਤੂ ਦੀ ਬਿਰਤੀ ਰੱਖਣ ਵਾਲੇ ਨੇ ਨਾ ਸਾਕਤ ਦੁਰਜਨ, ਉਹਨਾਂ ਨੇ ਅੱਗੋਂ ਬਹਿਸ ਹੀ ਬਣਾਉਣੀ ਹੁੰਦੀ, ਹਰ ਇੱਕ ਮੁੱਦੇ ਦੇ ਉੱਤੇ ਕਿੰਤੂ ਪਰੰਤੂ ਕਰਨਾ ਹੁੰਦਾ ਹੈ। ਉਹਨਾਂ ਨੂੰ ਬ੍ਰਹਮਾ ਵੀ ਆਵੇ ਸਮਝਾਣ ਤਾਂ ਵੀ ਨਹੀਂ ਉਹ ਸਮਝ ਸਕਦੇ, ਕਿਉਂਕਿ ਜਿਨ੍ਹਾਂ ਦੇ ਨੇਤਰ ਹੀ ਨਹੀਂ ਉਹਨਾਂ ਅੱਗੇ ਤੁਸੀਂ 100 ਸ਼ੀਸ਼ੇ ਰੱਖ ਦਿਓ, ਉਹਨੂੰ ਆਪਣੀ ਸ਼ਕਲ ਦਿਸਣੀ ਨਹੀਂ। ਜਿਹੜਾ ਅੱਖਾਂ ਤੋਂ ਅੰਨਾ ਹੋਵੇ ਉਹਨੂੰ ਤੁਸੀਂ ਅੱਗੇ ਸ਼ੀਸ਼ਾ ਰੱਖ ਕੇ ਵਿਖਾਓ ਵੀ ਵੇਖ ਆਪਣੀ ਸ਼ਕਲ, ਵਧੀਆ ਤੋਂ ਵਧੀਆ ਕੀਮਤੀ ਤੋਂ ਕੀਮਤੀ ਸ਼ੀਸ਼ਾ ਲਿਆ ਕੇ ਰੱਖ ਦਿਓ ਤਾਂ ਵੀ ਉਹਨੂੰ ਨਹੀਂ ਦਿਸਣਾ। ਇੱਦਾਂ ਜਿਹੜੇ ਸਾਕਤ ਤੇ ਦੁਰਜਨ ਬੰਦੇ ਐ, ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਸਾਕਤ ਹੀ ਰਹਿੰਦੇ ਐ। ਉਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਗਿਆਨ ਦੀਆਂ ਬਾਤਾਂ ਸਿਖਾ ਲਓ, ਜਿੰਨਾ ਮਰਜ਼ੀ ਦਲੀਲਾਂ ਦੇ ਲਓ, ਉਹਨਾਂ ਨੇ ਫਿਰ ਵੀ ਸਾਕਤ ਤੇ ਦੁਰਜਨਦਾਈ ਦਾ ਤਿਆਗ ਨਹੀਂ ਕਰਨਾ। ਦੋਹਰਾ ਸ਼੍ਰੀ ਨਾਨਕ ਸਭ ਬਿਦ ਵੱਡੇ, ਕੈਸੇ ਕਰੋ ਉਚਾਰ। ਮਹਾਕਵੀ ਜੀ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਹਨ। ਹਿੰਦਾਲੀਏ ਨੇ ਵਿਗਾੜਿਆ ਸੀ ਨਾ ਜਨਮ ਸਾਖੀ ਨੂੰ, ਉਹ ਕਹਿੰਦਾ ਸੀ ਹਿੰਦਾਲ ਵੱਡਾ। ਮਹਾਕਵੀ ਜੀ ਕਹਿੰਦੇ ਉਹ ਮੂਰਖ ਸੀ ਉਹ ਜਿਹਨੇ ਇਹ ਗੱਲ ਕਹੀ ਹੈ। ਸਭ ਤੋਂ ਵੱਡੇ ਧੰਨ ਗੁਰੂ ਨਾਨਕ ਸਾਹਿਬ ਹਨ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਹਨ, ਸਭ ਤੋਂ ਵੱਡੇ। ਕਹਿੰਦੇ ਸਤਿਗੁਰੂ ਜੀ ਸਭ ਤੋਂ ਵੱਡੇ ਨੇ। ਦੁਬਾਰਾ ਪੜ੍ਹੀਏ ਜੀ। ਸ਼੍ਰੀ ਨਾਨਕ ਸਭ ਬਿਦ ਵੱਡੇ, ਕੈਸੇ ਕਰੋ ਉਚਾਰ। ਕਹਿੰਦੇ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ, ਮੈਂ ਕਿਵੇਂ ਉਹਨਾਂ ਦੀ ਉਪਮਾ ਕਰਾਂ, ਮੈਂ ਕਿਵੇਂ ਉਹਨਾਂ ਦੀ ਮਹਿਮਾ ਵਰਣਨ ਕਰਕੇ ਦੱਸਾਂ। ਏਕ ਰੋਮ ਬ੍ਰਹਮੰਡ ਬਹੁ, ਤਿਹ ਲੀਨੋ ਅਵਤਾਰ। ਕਹਿੰਦੇ ਇੰਨੇ ਵੱਡੇ, ਮੈਂ ਨਿੱਕਾ ਜਿਹਾ ਜੀਵ ਹਾਂ, ਉਹ ਇੰਨੇ ਵੱਡੇ ਨੇ, ਮੈਂ ਉਹਨਾਂ ਦੀ ਕਿਵੇਂ ਉਪਮਾ ਕਰਾਂ। ਉਹਨਾਂ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਮੰਡ ਵਸਦੇ ਆ, ਤੇ ਉਹਨਾਂ ਨੇ ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਉਹ ਕਹਿੰਦੇ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ। ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਜਿਨ੍ਹਾਂ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਮੰਡ ਵਸਦੇ ਨੇ, ਉਹਨਾਂ ਨੇ ਮਨੁੱਖੀ ਸਰੀਰ ਧਾਰਨ ਕੀਤਾ ਤੇ ਆ ਕੇ ਸਾਡੇ ਵਰਗੇ ਜੀਵਾਂ ਨੂੰ ਗੁਰੂ ਨਾਨਕ ਰੂਪ ਹੋ ਕੇ ਦਰਸ਼ਨ ਦਿੱਤੇ ਹੈ। ਕਹਿੰਦੇ ਏਡੇ ਵੱਡੇ ਸੁਆਮੀ ਗੁਰੂ ਨਾਨਕ ਸਾਹਿਬ, ਮੈਂ ਉਹਨਾਂ ਦੀ ਮਹਿਮਾ ਕਿਵੇਂ ਵਰਣਨ ਕਰਕੇ ਕਹਾਂ। ਚੌਪਈ ਸਿੱਧ ਨਾਥ ਜੇ ਜਤੀ ਕਹਾਵਹਿ। ਬੜੇ ਬੜੇ ਸਿੱਧ, ਬੜੇ ਬੜੇ ਨਾਥ, ਬੜੇ ਬੜੇ ਜਤੀ ਸੰਸਾਰ ਚ ਕਹਾਉਂਦੇ ਨੇ। ਅਮਰ ਭਏ ਮ੍ਰਿਤ ਤੇ ਨਾ ਡਰਾਵਹਿ। ਜਿਹੜੇ ਅਮਰ ਹੋ ਗਏ ਮੌਤ ਤੋਂ ਨਹੀਂ ਡਰਦੇ। ਸਿੱਧਾਂ ਦੀ ਮੌਤ ਨਹੀਂ ਹੋਈ, ਹਜ਼ਾਰਾਂ ਸਾਲਾਂ ਤੱਕ ਜਿਉਂਦੇ ਨੇ। ਸਿੱਧ ਹੁਣ ਵੀ ਹਨ। ਕਹਿੰਦੇ ਉਹ ਅਮਰ ਹੋ ਗਏ, ਬੜੇ ਬੜੇ ਜਤੀ ਨਾਥ ਜਿਹੜੇ ਅਮਰ ਹੋ ਗਏ, ਜਿਨ੍ਹਾਂ ਨੂੰ ਮੌਤ ਨਹੀਂ ਆਉਂਦੀ। ਔਰ ਆਚਾਰਜ ਬਹੁ ਮਤ ਕੇਈ। ਬੜੇ ਬੜੇ ਮਤਾਂ ਦੇ ਬੜੇ ਬੜੇ ਆਚਾਰਿਆ ਹਨ, ਜਿਨ੍ਹਾਂ ਨੇ ਬੜੇ ਬੜੇ ਮਤ ਚਲਾਏ ਨੇ। ਉਹਨਾਂ ਮਤਾਂ ਦੇ ਅੱਗੋਂ ਬੜੇ ਬੜੇ ਆਚਾਰਿਆ ਮੁਨੀ ਹਨ। ਅਨੇਕ ਕਲਪਨਾ ਥਾਪਹਿ ਜੇਈ। ਜਿਹੜੇ ਅਨੇਕ ਪ੍ਰਕਾਰ ਦੀਆਂ ਕਲਪਨਾਵਾਂ ਥਾਪਦੇ ਨੇ, ਅਨੇਕ ਪ੍ਰਕਾਰ ਦੇ ਸਿਧਾਂਤ ਸੰਸਾਰ 'ਚ ਪ੍ਰਗਟ ਕਰਦੇ ਨੇ। ਪੀਰਨ ਪੀਰ ਔਲੀਆ ਸਾਰੇ। ਜਿਹੜੇ ਆਪਣੇ ਆਪ ਨੂੰ ਪੀਰਾਂ ਦੇ ਪੀਰ ਕਹਾਉਂਦੇ ਨੇ, ਔਲੀਏ ਕਹਾਉਂਦੇ ਨੇ, ਸਿੱਧ ਨਾਥ ਕਹਾਉਂਦੇ ਹਨ। ਜਿਨ ਕਰ ਕੌਣ ਪਾਏ ਹੈ ਪਾਰੇ। ਮਹਾਕਵੀ ਜੀ ਕਹਿੰਦੇ ਉਹਨਾਂ ਦੀ ਗਿਣਤੀ ਕਰੀਏ ਤੇ ਅੰਤ ਨਹੀਂ ਆਉਂਦਾ। ਜਿੰਨੇ ਹੈ ਨੇ ਉੱਪਰ ਦੱਸੇ ਨੇ, ਜੇ ਕਹਿੰਦੇ ਇਹਨਾਂ ਨੂੰ ਗਿਣੀਏ ਤੇ ਗਿਣਿਆ ਇਹਨਾਂ ਦਾ ਪਾਰ ਨਹੀਂ ਪੈਂਦਾ। ਇਨ ਕੋ ਮਾਨ ਤਿਮਰ ਘਨ ਸਾਂਝੂ। ਕਹਿੰਦੇ ਇਹਨਾਂ ਦਾ ਜਿਹੜਾ ਮਾਣ ਹੈ ਨਾ, ਵੀ ਅਸੀਂ ਸਿੱਧ ਹਾਂ, ਅਸੀਂ ਨਾਥ ਹਾਂ, ਅਸੀਂ ਜਤੀ ਹਾਂ, ਅਸੀਂ ਔਲੀ ਹਾਂ, ਅਸੀਂ ਪੀਰਾਂ ਪੀਰਾਂ। ਕਹਿੰਦੇ ਆਹ ਜਿਹੜਾ ਮਾਣ ਹੈ ਨਾ ਇਹਨਾਂ ਦਾ, ਇਹ ਇਸ ਤਰ੍ਹਾਂ ਹੈ ਜਿਵੇਂ ਸੰਘਣਾ ਹਨੇਰਾ ਹੋਵੇ। ਅਧਿਕ ਦੰਭ ਸੋ ਉਡਗਨ ਰਾਜੂ। ਔਰ ਇਹਨਾਂ ਦੇ ਵਿੱਚ ਜਿਹੜਾ ਪਖੰਡ ਹੈ, ਉਹ ਪਖੰਡ ਇਉਂ ਜਾਪਦਾ ਜਿਵੇਂ ਰਾਤ ਦੇ ਹਨੇਰੇ 'ਚ ਤਾਰੇ ਚੜੇ ਨੇ। ਇਹਨਾਂ ਦੇ ਜਿਹੜੇ ਪਖੰਡ ਨੇ, ਉਹ ਪਖੰਡ ਇਉਂ ਨੇ ਜਿਵੇਂ ਰਾਤ ਦੇ ਅੰਧਕਾਰ ਵਿੱਚ ਹਨੇਰੇ 'ਚ ਤਾਰੇ ਚੜੇ ਹੋਏ ਨੇ। ਕਲਾ ਬਿਸਾਲਨ ਕੇ ਬਲ ਜੇਤੇ। ਇਹਨਾਂ 'ਚ ਕਰਾਮਾਤਾਂ ਵੀ ਨੇ,
ਇਹਨਾਂ ਵਿੱਚ ਅਜਮਤਾਂ ਵੀ ਨੇ, ਆਪਣੀਆਂ ਕਰਾਮਾਤਾਂ ਦੇ ਜਿੰਨੇ ਬਲ ਨੇ ਉਹ ਵੀ ਵਿਖਾਉਂਦੇ ਨੇ। ਤਾਰੇ ਬ੍ਰਿੰਦਨ ਚਮਕਤ ਤੇਤੇ, ਇਹ ਮਾਨੋ ਸਾਰੇ ਤਾਰੇ ਹੀ ਨੇ ਜਿਹੜੇ ਚਮਕ ਰਹੇ ਨੇ ਪਖੰਡ ਦੇ ਸਹਿਤ। ਨਿਸਾ ਘੋਰ ਕਲ ਕੀਨ ਕੁਚਾਲੇ, ਔਰ ਜਿਹੜੇ ਮਾੜੇ ਭੈੜੇ ਕੰਮ ਨੇ ਇਹਨਾਂ ਦੇ ਘੋਰ ਰਾਤ ਹੈ, ਘੋਰ ਅੰਧਕਾਰ ਦੀ ਰਾਤ ਹੈ। ਤਸ ਕਰ ਦੰਬੀ ਫਿਰਤ ਸੁਖਾਲੇ, ਔਰ ਜਿਹੜੇ ਪਖੰਡੀ ਰੂਪੀ ਚੋਰ ਨੇ ਉਹ ਇਹੋ ਜੀ ਰਾਤ ਦੇ ਵਿੱਚ ਸੁਖਾਲੇ ਹੀ ਫਿਰਦੇ, ਕਿਉਂਕਿ ਚੋਰਾਂ ਵਾਸਤੇ ਤਾਂ ਰਾਤ ਬੜੀ ਸੁਖਦਾਈ ਹੁੰਦੀ ਹੈ। ਕਹਿੰਦੇ ਜਿਹੜੇ ਪਖੰਡੀ ਰੂਪੀ ਚੋਰ ਨੇ, ਪਖੰਡ ਕਰਨ ਵਾਲੇ ਚੋਰ, ਉਹ ਇਹੋ ਜਿਹੇ ਅੰਧਕਾਰ ਭਰੀ ਰਾਤ ਦੇ ਵਿੱਚ ਸੁਖਾਲੇ ਫਿਰਦੇ ਹਨ। ਦੋਹਰਾ ਮਤ ਜੇ ਅਨੇਕ ਚਕੋਰ ਗਨ, ਹਰਖਤ ਮਿਲਾ ਸਮਾਜ। ਕਹਿੰਦੇ ਜਿਹੜੇ ਅਨੇਕਾਂ ਪ੍ਰਕਾਰ ਦੇ ਮਤ ਮਤਾਂਤਰ ਨੇ ਸੰਸਾਰ ਦੇ ਵਿੱਚ, ਉਹ ਚਕੋਰਾਂ ਦੇ ਸਮਾਨ ਨੇ। ਉਹ ਇਹੋ ਜਿਹੀ ਅੰਧਕਾਰ ਭਰੀ ਰਾਤ ਵਿੱਚ ਚਕੋਰਾਂ ਦੇ ਸਮਾਨ ਖੁਸ਼ ਹੋਏ ਫਿਰਦੇ ਹਨ। ਕਲ ਮਲ ਕੁਮਦ ਪ੍ਰਫੁੱਲਹੀ, ਤਾਲ ਪਾਏ ਕਲ ਰਾਜ। ਕਹਿੰਦੇ ਕਲਯੁਗ ਜਿਹੜਾ ਉਹ ਮਾਨੋ ਸਰੋਵਰ ਹੈ, ਔਰ ਕਲਯੁਗ ਰੂਪੀ ਸਰੋਵਰ ਦੇ ਵਿੱਚ ਜਿਹੜੇ ਪਾਪ ਕਰਮ ਨੇ ਉਹ ਕਮੁੱਦ ਦੇ ਬੂਟੇ ਵਾਂਗੂ, ਕਮੁੱਦ ਦੇ ਫੁੱਲ ਵਾਂਗੂ, ਕਮੁੱਦ ਦਾ ਫੁੱਲ ਜਿਹੜਾ ਉਹ ਰਾਤ ਨੂੰ ਖਿੜਦਾ, ਕਹਿੰਦੇ ਉਹ ਕਮੁੱਦ ਦੇ ਫੁੱਲ ਵਾਂਗੂ ਜਿਹੜੇ ਪਾਪ ਨੇ ਕਲਯੁਗ ਰੂਪੀ ਸਰੋਵਰ ਦੇ ਵਿੱਚ ਖਿੜੇ ਹੋਏ ਨੇ। ਚੌਪਈ ਸ਼੍ਰੀ ਨਾਨਕ ਸੂਰਜ ਪ੍ਰਕਾਸ਼ੇ, ਜਦੋਂ ਇਹੋ ਜਿਹਾ ਅੰਧਕਾਰ ਸੀ, ਇਹੋ ਜਿਹੇ ਤਾਰੇ ਸੀ, ਇਹੋ ਜਿਹੇ ਚੋਰ ਸੀ, ਇਹੋ ਜਿਹੀਆਂ ਚਕੋਰਾਂ ਸੀ ਜਿਹੜੀਆਂ ਉੱਪਰ ਦੱਸੀਆਂ ਨੇ, ਕਹਿੰਦੇ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਜੀ ਸੂਰਜ ਵਾਂਗੂ ਪ੍ਰਕਾਸ਼ ਧਾਰ ਕੇ ਆਏ, ਸੂਰਜ ਦੇ ਸਮਾਨ ਪ੍ਰਕਾਸ਼ ਧਾਰਨ ਕਰਕੇ ਆਏ। ਪਾਛਲ ਗਿਣਤੀ ਸਕਲ ਬਿਨਾਸੇ, ਕਹਿੰਦੇ ਜਦੋਂ ਸੂਰਜ ਵਾਂਗੂ ਪ੍ਰਕਾਸ਼ ਧਾਰਿਆ, ਨਾ ਰਾਤ ਰਹੀ, ਨਾ ਤਾਰੇ ਰਹੇ, ਨਾ ਕਮੁੱਦ ਦੇ ਫੁੱਲ ਖਿੜੇ, ਤੇ ਨਾ ਹੀ ਚਕੋਰਾਂ ਤੇ ਜਿਹੜੀਆਂ ਚਕੋਰਾਂ ਨੇ ਉਹ ਰਹੀਆਂ। ਕਹਿੰਦੇ ਨਾ ਸਾਰਿਆਂ ਦਾ ਵਿਨਾਸ਼ ਹੋ ਗਿਆ, ਸੂਰਜ ਦਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਭਾਈ ਗੁਰਦਾਸ ਜੀ ਦੀ ਪਾਵਨ ਪੰਕਤੀ ਦੀ ਵਿਆਖਿਆ ਕਰ ਰਹੇ ਨੇ ਮਹਾਂਕਵੀ ਜੀ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਇਦਾਂ ਕਹਿੰਦੇ ਸਾਰੀ ਅੰਧਕਾਰ ਭਰੀ ਰਾਤ ਦੂਰ ਹੋ ਗਈ, ਗੁਰੂ ਨਾਨਕ ਸਾਹਿਬ ਰੂਪੀ ਸੂਰਜ ਦਾ ਪ੍ਰਕਾਸ਼ ਹੋਇਆ। ਭਏ ਸੰਤ ਅਰਬਿੰਦ ਸੁਖਾਰੇ, ਜਿਹੜੇ ਸੰਤ ਨੇ ਉਹ ਕਮਲ ਦੇ ਫੁੱਲਾਂ ਵਾਂਗੂ ਖਿੜ ਕੇ ਸੌਖੇ ਹੋ ਗਏ। ਜਿਵੇਂ ਸੂਰਜ ਚੜ੍ਹਦਿਆਂ ਕਮਲ ਦੇ ਫੁੱਲ ਖਿੜਦੇ ਐ, ਇਦਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਣੇ ਨਾਲ ਜਿਹੜੇ ਸੰਤ ਲੋਕ ਸਨ ਉਹ ਕਮਲ ਦੇ ਫੁੱਲਾਂ ਵਾਂਗੂ ਖਿੜ ਕੇ ਸੁਖੀ ਹੋ ਗਏ। ਚੱਕਵੇ ਸਿੱਖਨ ਕੇ ਦੁਖ ਟਾਰੇ, ਜਿਹੜੇ ਸਿੱਖ ਨੇ ਉਹ ਚੱਕਵੇ ਬਣ ਗਏ, ਤੇ ਸਿੱਖ ਰੂਪੀ ਚੱਕਵਿਆਂ ਦੇ ਦੁੱਖ ਗੁਰੂ ਨਾਨਕ ਸਾਹਿਬ ਰੂਪੀ ਸੂਰਜ ਨੇ ਨਿਵਾਰ ਦਿੱਤੇ। ਆਤਪ ਭਗਤ ਬਿਰਾਜੀ ਜਹਤ ਹੈ, ਹੁਣ ਸੂਰਜ ਦੀ ਧੁੱਪ ਦਾ ਪ੍ਰਕਾਸ਼ ਹੁੰਦਾ ਹੈ, ਕਹਿੰਦੇ ਗੁਰੂ ਨਾਨਕ ਸਾਹਿਬ ਸੂਰਜ ਨੇ, ਔਰ ਜਿਹੜੀ ਉਹਨਾਂ ਦੀ ਭਗਤੀ ਹੈ ਉਹ ਧੁੱਪ ਹੈ, ਸਾਰੇ ਸੰਸਾਰ ਨੂੰ ਸੁਖ ਦਿੰਦੀ ਹੈ। ਗਿਆਨ ਤੇਜ ਹੈ ਨਿਰਮਲ ਜਿਹ ਮਹਿ, ਔਰ ਸਤਿਗੁਰੂ ਜੀ ਰੂਪੀ ਸੂਰਜ ਵਿੱਚ ਗਿਆਨ ਰੂਪੀ ਨਿਰਮਲ ਤੇਜ ਹੈ। ਜਿਵੇਂ ਸੂਰਜ 'ਚ ਤੇਜ ਹੁੰਦਾ ਨਾ, ਇਦਾਂ ਗੁਰੂ ਨਾਨਕ ਸਾਹਿਬ ਰੂਪੀ ਸੂਰਜ ਦੇ ਵਿੱਚ ਗਿਆਨ ਰੂਪੀ ਨਿਰਮਲ ਤੇਜ ਹੈ। ਐਸੇ ਗੁਰ ਕੇ ਨਿੰਦਕ ਜੇਈ, ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਨਿੰਦਾ ਕਰਨ ਵਾਲੇ ਹਿੰਦਾਲੀਏ ਵਰਗੇ, ਜਿਨ੍ਹਾਂ ਹਿੰਦਾਲੀਆਂ ਨੇ ਗੁਰੂ ਨਾਨਕ ਸਾਹਿਬ ਦੀ ਨਿੰਦਾ ਕੀਤੀ, ਕਹਿੰਦੇ ਐਸੇ ਸਤਿਗੁਰਾਂ ਦੇ ਜਿਹੜੇ ਨਿੰਦਕ ਹਨ, ਸਮ ਉਲੂਕ ਦੁਖ ਪਾਵਹਿ ਤੇਈ, ਉਹ ਉੱਲੂਆਂ ਦੇ ਸਮਾਨ ਨੇ ਦੁੱਖ ਪਾਉਂਦੇ, ਕਿਉਂਕਿ ਸੂਰਜ ਚੜ੍ਹਦਿਆਂ ਉੱਲੂ ਦੁਖੀ ਹੁੰਦੇ ਆ। ਉਹ ਉੱਲੂਆਂ ਦੇ ਸਮਾਨ ਦੁੱਖ ਪਾਉਂਦੇ ਆ ਜਿਹੜੇ ਐਸੇ ਸਤਿਗੁਰਾਂ ਦੇ ਨਿੰਦਕ ਹਨ। ਦਿਵਸ ਹੰਸਰ ਬਰਖ ਪ੍ਰਮਾਨਾ, ਕਹਿੰਦੇ ਇਹੋ ਜਿਹੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਨਿੰਦਾ ਕਰਨ ਵਾਲੇ ਨਿੰਦਕ ਨੇ ਨਾ, ਦੇਵਤਿਆਂ ਦੇ ਜਿਹੜੇ ਸਾਲ ਹੁੰਦੇ ਜੁਗਾਂ ਜੁਗਾਂ ਤੱਕ, ਸਾਡਾ ਸਾਲ ਤੇ ਦੇਵਤਿਆਂ ਦਾ ਸਾਲ, ਉਹਦੇ 'ਚ ਬੜਾ ਫਰਕ ਹੈ। ਕਹਿੰਦੇ ਧਰਤੀ ਦੇ ਉੱਤੇ 100 ਸਾਲ 4 ਯੁੱਗ ਬੀਤ ਜਾਣ, 4 ਯੁੱਗਾਂ ਦਾ ਸਮਾਂ ਧਰਤੀ ਤੇ ਬੀਤ ਜਾਏ ਤੇ ਬ੍ਰਹਮਾ ਜੀ ਦਾ ਇੱਕ ਦਿਨ ਬੀਤਦਾ। ਤੈਸੇ ਤੈਸੇ ਬ੍ਰਹਮਾ ਜੀ ਦੇ 100 ਸਾਲ ਬੀਤ ਜਾਣ ਤੇ ਸ਼ਿਵਜੀ ਜੀ ਦਾ 1 ਸਾਲ ਬੀਤਦਾ ਹੈ। ਇਸੇ ਤਰ੍ਹਾਂ ਸ਼ਿਵਜੀ ਜੀ ਦੇ 100 ਸਾਲ ਇਸੇ ਤਰ੍ਹਾਂ ਬੀਤ ਜਾਣ ਤਾਂ ਵਿਸ਼ਨੂੰ ਜੀ ਦਾ 1 ਸਾਲ ਬੀਤਦਾ ਹੈ। ਯਾਨੀ ਕਿ ਉੱਥੇ ਜਾ ਕੇ
ਜਿਹੜੇ ਗੁਰੂ ਨਾਨਕ ਸਾਹਿਬ ਦੀ ਨਿੰਦਾ ਕਰਨ ਵਾਲੇ ਨੇ ਨਾ ਨਿੰਦਕ, ਉਹ ਵਿਸ਼ਨੂੰ ਤੋਂ ਵੀ ਵੱਧ ਜਿਹੜਾ ਸਮਾਂ ਉਹਨਾਂ ਦੇ ਸਾਲਾਂ ਦਾ ਹੈ, ਪਰੇ ਤੋਂ ਪਰੇ। ਕਹਿੰਦੇ ਓਨੇ ਲੰਮੇ ਅਰਸੇ ਤੱਕ ਉਹ ਨਿੰਦਕ ਨਰਕਾਂ ਦੀ ਅੱਗ 'ਚ ਸੜਦੇ ਰਹਿੰਦੇ ਹੈ, ਜਿਹੜੇ ਗੁਰੂ ਨਾਨਕ ਸਾਹਿਬ ਦੀ ਨਿੰਦਾ ਕਰਨ ਵਾਲੇ ਨਿੰਦਕ ਨੇ। ਹਾਂਜੀ, ਪਾਵਹਿ ਨਰਕ ਮਹਾ ਦੁਖ ਖਾਨਾ। ਕਹਿੰਦੇ ਨਰਕਾਂ ਦੇ ਵਿੱਚ ਹੀ ਪਏ ਜੁਗਾਂ ਜੁਗਾਂ ਦੇ ਸਮੇਂ ਬੀਤ ਜਾਂਦੇ ਨੇ, ਉੱਥੇ ਹੀ ਦੁੱਖ ਭੋਗਦੇ ਰਹਿੰਦੇ ਹਨ। ਤ੍ਰਿਗਦ ਜੋਨ ਪੁਨ ਬਾਰੰਬਾਰਾ। ਕਹਿੰਦੇ ਫਿਰ ਜਿਹੜੀਆਂ ਤ੍ਰਿਗਦ ਜੂਨੀਆਂ ਨੇ, ਕੀੜਿਆਂ ਦੀਆਂ, ਚਿੱਚੜਾਂ ਦੀਆਂ, ਸੂਰਾਂ ਦੀਆਂ, ਕੁੱਤਿਆਂ ਦੀਆਂ, ਕਾਵਾਂ ਦੀਆਂ, ਸੱਪਾਂ ਦੀਆਂ, ਇਹੋ ਜਿਹੀਆਂ ਜੂਨੀਆਂ ਦੇ ਵਿੱਚ ਉਹ ਭਟਕਦੇ ਆ ਜਿਹੜੇ ਗੁਰੂ ਨਾਨਕ ਸਾਹਿਬ ਦੀ ਨਿੰਦਾ ਕਰਦੇ ਆ। ਉਹਨਾਂ ਨੂੰ ਫਿਰ ਇਹੋ ਜਿਹੀਆਂ ਤ੍ਰਿਗਦ ਜੂਨੀਆਂ ਵਿੱਚ ਭਟਕਣਾ ਪੈਂਦਾ। ਧਰ ਕਰ ਪਾਵਹਿ ਕਸ਼ਟ ਅਪਾਰਾ। ਔਰ ਇਹੋ ਜਿਹੀ ਜੂਨੀਆਂ ਵਿੱਚ ਪੈ ਕੇ ਉਹਨਾਂ ਨੂੰ ਭਾਰੀ ਕਸ਼ਟ ਸਹਾਰਨੇ ਪੈਂਦੇ ਆ, ਦੁੱਖ ਸਹਾਰਨੇ ਪੈਂਦੇ ਆ। ਦੋਹਰਾ ਸ਼੍ਰੀ ਨਾਨਕ ਉਪਮਾ ਵੱਡੀ, ਮੋਹ ਤੇ ਕਹੀ ਨਾ ਜਾਏ। ਧੰਨ ਗੁਰੂ ਨਾਨਕ ਸਾਹਿਬ ਦੀ ਉਪਮਾ ਬੜੀ ਵੱਡੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਵਡਿਆਈ ਬੜੀ ਵੱਡੀ ਹੈ। ਮਹਾਕਵੀ ਜੀ ਕਹਿੰਦੇ ਮੇਰੇ ਕੋਲੋਂ ਕਹੀ ਨਹੀਂ ਜਾਂਦੀ, ਇਤਨੀ ਵੱਡੀ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਮੇਰੇ ਸਤਿਗੁਰਾਂ ਦੀ ਉਪਮਾ, ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਦੀ ਵਡਿਆਈ ਬੜੀ ਵੱਡੀ ਹੈ, ਮੇਰੇ ਕੋਲੋਂ ਪੂਰਨ ਰੂਪ ਚ ਨਹੀਂ ਕਹਿ ਹੁੰਦੀ। ਜਿਉ ਕੀਟੀ ਗਿਰ ਨਹਿ ਉਠੇ, ਕਰਤ ਅਨੇਕ ਉਪਾਏ। ਕੀੜੀ ਲੱਖ ਯਤਨ ਕਰੇ ਪਹਾੜ ਨਹੀਂ ਚੁੱਕ ਸਕਦੀ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੀੜੀ ਜਿੰਨਾ ਮਰਜ਼ੀ ਯਤਨ ਕਰੇ ਪਹਾੜ ਤਾਂ ਨਹੀਂ ਚੁੱਕ ਸਕਦੀ। ਕਹਿੰਦੇ ਮੈਂ ਜਿੰਨਾ ਮਰਜ਼ੀ ਯਤਨ ਕਰਕੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਕੇ ਕਹਾਂ ਵੀ ਅੰਤ ਪਾ ਲਵਾਂ, ਨਹੀਂ ਪਾ ਸਕਦਾ। ਉਹਨਾਂ ਦੀ ਪੂਰਨ ਰੂਪ ਵਿੱਚ ਉਪਮਾ ਨਹੀਂ ਕਹੀ ਜਾ ਸਕਦੀ। ਚੌਪਈ ਤਿਨ ਕੀ ਸਾਹਮਣੇ ਦੀਸਹਿ ਕੋਈ। ਗੁਰੂ ਨਾਨਕ ਸਾਹਿਬ ਦੇ ਸਮਾਨ ਮੈਨੂੰ ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ, ਉਹਨਾਂ ਵਰਗਾ ਮੈਨੂੰ ਕੋਈ ਦੂਜਾ ਨਹੀਂ ਦਿਸਦਾ। ਜਿਹ ਕੀ ਉਪਮਾ ਦੇਵੋ ਸੋਊ। ਜਿਹਦੀ ਮੈਂ ਉਪਮਾ ਦੇਵਾਂ। ਖਾਲਸਾ ਜੀ, ਅਸੀਂ ਕੋਈ ਵਸਤੂ ਵੇਖੀਏ ਤੇ ਕਹਿੰਦੇ ਆਹ ਚੀਜ਼ ਫਲਾਣੀ ਚੀਜ਼ ਵਰਗੀ ਹੈ, ਪਰ ਜਦੋਂ ਮਹਾਕਵੀ ਜੀ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਨੂੰ ਵੇਖਦਾ ਤੇ ਉਹਨਾਂ ਵਰਗਾ ਮੈਨੂੰ ਕੋਈ ਦੂਜਾ ਦਿਸਦਾ ਹੀ ਨਹੀਂ, ਜਿਹਦੀ ਉਪਮਾ ਦੇਖ ਕੇ ਕਹਾਂ ਵੀ ਗੁਰੂ ਨਾਨਕ ਸਾਹਿਬ ਐਸੇ ਹਨ। ਜੋ ਉਪਮੇ ਤਾਰ ਤਮ ਉਪਮਾ। ਤੇ ਜੇ ਮੈਂ ਕੋਈ ਉਪਮਾ ਦੇ ਵੀ ਦਿਆਂ ਵੀ ਇਹੋ ਜਿਹੇ ਨੇ, ਜੇ ਮੈਂ ਕਹਿ ਵੀ ਦਿਆਂ ਕਿ ਜੀ ਗੁਰੂ ਸਾਹਿਬ ਚੰਦਰਮਾ ਵਰਗੇ ਨੇ, ਤੇ ਲਾਗੋਂ ਹੀ ਕੋਈ ਸਿੱਖ ਕਹਿੰਦਾ ਕਵੀ ਜੀ ਚੰਦਰਮਾ ਵਿੱਚ ਤਾਂ ਕਲੰਕ ਹੁੰਦਾ। ਜੇ ਮੈਂ ਕਹਿ ਦਿਆਂ ਵੀ ਗੁਰੂ ਨਾਨਕ ਸਾਹਿਬ ਚੰਦਰਮਾ ਵਰਗੇ ਐ, ਤੇ ਕੋਲੋਂ ਕੋਈ ਕਹਿ ਦੇਵੇ ਵੀ ਉਹਦੇ ਵਿੱਚ ਤਾਂ ਕਲੰਕ ਲੱਗਾ, ਚੰਦਰਮਾ ਤਾਂ ਵੱਧਦਾ ਘਟਦਾ ਰਹਿੰਦਾ। ਸਤਿਗੁਰੂ ਜੀ ਤਾਂ ਇੱਕ ਰਸ ਰਹਿੰਦੇ ਆ। ਕਹਿੰਦੇ ਏਦਾਂ ਕੋਈ ਉਪਮਾ ਦੇਵਾਂ, ਉਪਮਾ ਮਹਾਰਾਜ ਜੀ ਦੇ ਬਰਾਬਰ ਨਹੀਂ ਪੁੱਜਦੀ, ਸਤਿਗੁਰਾਂ ਦੇ ਤੁਲ ਨਹੀਂ ਪੁੱਜਦੀ। ਹੋਏ ਹਾਸੀ ਤੇ ਕਵ ਕੀ ਭਵਮਾ। ਕਹਿੰਦੇ ਸਗੋਂ ਲੋਕ ਹੱਸਦੇ ਆ ਵੀ ਕਵੀ ਕਾਹਦਾ ਵੇਖੋ ਜੀ ਉਪਮਾ ਦਿੰਦਾ ਸੀ ਗੁਰੂ ਨਾਨਕ ਸਾਹਿਬ ਨੂੰ, ਤੇ ਉਹ ਉਪਮਾ ਘੱਟ ਹੈ, ਉਪਮਾ ਬਰਾਬਰ ਨਹੀਂ ਪੁੱਜਦੀ। ਕਹਿੰਦੇ ਫਿਰ ਤਾਂ ਮੇਰੀ ਜਿਹੜੀ ਹੈ ਸੰਸਾਰ ਵਿੱਚ ਹਾਸੀ ਹੋਣੀ ਹੈ, ਲੋਕ ਮੇਰਾ ਮਜ਼ਾਕ ਉਡਾਉਣਗੇ ਕਵੀ ਦਾ। ਸ਼੍ਰੀ ਨਾਨਕ ਜੋ ਹਮਰੇ ਸੁਆਮੀ। ਕਹਿੰਦੇ ਮੇਰੇ ਸੁਆਮੀ ਨੇ ਨਾ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਸਾਡੇ ਸੁਆਮੀ। ਜੋਸ ਸੋਸ ਹੈ ਅੰਤਰ ਜਾਮੀ। ਉਹ ਜੈਸੇ ਹੈ ਨੇ ਤੈਸੇ ਹੀ ਨੇ, ਉਹਨਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਜੋਸ ਜੈਸੇ ਨੇ ਤੈਸ ਸੋਸ ਉਹੋ ਜਿਹੇ ਹੀ ਨੇ। ਉਹ ਤਦੇ ਭੱਟਾਂ ਨੇ ਵੀ ਕਹਿ ਦਿੱਤਾ ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ। ਮਹਾਰਾਜ ਜੀ ਦੀ ਉਪਮਾ ਸਾਹਿਬ ਜੀ ਨੂੰ ਹੀ ਬਣ ਆਉਂਦੀ ਹੈ। ਉਹਨਾਂ ਦੀ ਉਪਮਾ ਦੇ ਵਿੱਚ ਕੁਝ ਕਿਹਾ ਹੀ ਨਹੀਂ ਜਾ ਸਕਦਾ, ਜੈਸੇ ਹੈਣ ਉਹ ਤੈਸੇ ਹਨ। ਕਹੇ ਵਧੈ ਨਹਿ ਘਟੈ ਘਟਾਏ। ਕਹਿੰਦੇ ਜੇ ਆਪਾਂ ਸਾਰੇ ਰਲ ਕੇ ਆਖੀਏ, ਜਿੰਨੀ ਦੁਨੀਆ ਜਿੰਨਾ ਸੰਸਾਰ ਹੈ, ਸਾਰਾ ਸੰਸਾਰ ਰਲ ਕੇ ਕਹੇ ਗੁਰੂ ਨਾਨਕ ਸਾਹਿਬ ਵੱਡੇ ਨੇ ਵੱਡੇ ਨੇ, ਤੇ ਸਾਰਿਆਂ ਦੇ ਕਹਿਣ ਨਾਲ ਉਹਨਾਂ ਨੇ ਵੱਡੇ ਨਹੀਂ ਹੋ ਜਾਣਾ। ਉਹ ਤਾਂ ਜੈਸੇ ਹੈਣ ਤੈਸੇ ਹੀ ਨੇ। ਤੇ ਜੇ ਸਾਰੀ ਦੁਨੀਆ ਰਲ ਕੇ ਉਹਨਾਂ ਨੂੰ ਘਟਾਣਾ ਚਾਹੇ, ਘਾਟਾ ਕਹੇ ਵੀ ਘੱਟ ਨੇ, ਤਾਂ ਸਾਰੀ ਦੁਨੀਆ ਦੇ ਕਹਿਣ ਨਾਲ ਉਹਨਾਂ ਨੇ
ਘਟ ਵੀ ਨਹੀਂ ਜਾਣਾ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਉਹ ਇਹੋ ਜਿਹੇ ਹਨ ਜਨਮ ਧਾਰ ਜੋ ਗੁਰੂ ਕਹਾਏ। ਜਿਹੜੇ ਸੰਸਾਰ ਦੇ ਵਿੱਚ ਸਰੀਰ ਧਾਰਨ ਕਰਕੇ ਆਏ ਤੇ ਗੁਰੂ ਰੂਪ ਹੋ ਕੇ ਜਗਤ ਵਿੱਚ ਪ੍ਰਗਟ ਹੋਏ ਤੇ ਗੁਰੂ ਨਾਨਕ ਕਹਾਏ। ਵੇਦ ਰਿਚਾ ਜੋ ਸ਼ਬਦ ਸੋ ਕੀਨੇ। ਤਦੇ ਭਟ ਕਹਿੰਦੇ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਜੋਤੀ ਸਰੂਪ ਵਾਹਿਗੁਰੂ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਚ ਆਏ। ਉਹਨਾਂ ਦੇ ਮੁਖੋਂ ਕਹੀ ਗਈ ਜਿਹੜੀ ਬਾਣੀ ਹੈ ਗੁਰੂ ਨਾਨਕ ਸਾਹਿਬ ਦੀ, ਉਹ ਗੁਰੂ ਕੇ ਸਿੱਖਾਂ ਲਈ ਵੇਦ ਹੈ। ਗੁਰੂ ਕੇ ਸਿੱਖਾਂ ਲਈ ਤਾਂ ਇਹੀ ਵੇਦ ਹੈ ਨਾ ਗੁਰਬਾਣੀ। ਬਾਣੀ ਬ੍ਰਹਮਾ ਵੇਦ। ਸਾਡੇ ਵਾਸਤੇ ਤਾਂ ਗੁਰੂ ਕੀ ਬਾਣੀ ਬ੍ਰਹਮਾ ਦੇ ਵੇਦ ਨੇ, ਸਾਨੂੰ ਵੱਖਰੇ ਵੇਦਾਂ ਦੀ ਲੋੜ ਨਹੀਂ ਜੇ। ਸਾਡੇ ਲਈ ਤਾਂ ਸਾਹਿਬ ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਨੇ ਉਹੀ ਵੇਦ ਦੀਆਂ ਰਚਾਵਾਂ ਹਨ। ਲੋਗਨ ਹਿਤ ਦੇਖੇ ਦੁਖ ਦੀਨੇ। ਮਹਾਰਾਜ ਜੀ ਨੇ ਵੇਖਿਆ ਦੁਖੀ ਦੀਨ ਲੋਕ ਨੇ, ਉਹਨਾਂ ਦਾ ਹਿੱਤ ਵੇਖ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ। ਨਹੀਂ ਤਾਂ ਸੰਸਕ੍ਰਿਤ ਦੇ ਵਿੱਚ ਸ਼ਲੋਕ ਹੁੰਦੇ ਸਨ ਗੁਰੂ ਖਾਲਸਾ ਜੀ। ਸੰਸਕ੍ਰਿਤ ਦੇ ਵਿੱਚ ਅਨੇਕ ਪ੍ਰਕਾਰ ਦੇ ਸ਼ਲੋਕ, ਉਹ ਵੀ ਕੋਈ ਸੁਣਦਾ, ਕੋਈ ਉਹਨਾਂ ਦਾ ਗ੍ਰਹਿਣ ਕਰਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਉਚਾਰਨ ਕਰਕੇ ਸੰਸਾਰ ਦੇ ਜਿਤਨੇ ਦੀਨ ਦੁਖੀ ਸਭ ਦਾ ਭਲਾ ਕੀਤਾ, ਸਭ ਦੀ ਕਲਿਆਣ ਕੀਤੀ। ਕਲੀ ਕਾਲ ਮਤ ਮੰਦ ਬਿਸਾਲਾ। ਕਲੀ ਕਾਲ ਦੇ ਜੀਵ ਜਿਹੜੇ ਮਾੜੀ ਮਤ ਦੇ ਨਾਲ ਭਰੇ ਹੋਏ ਮੰਦ ਬੁੱਧੀ ਲੋਕ ਸਨ, ਜਾਂ ਤੇ ਕਰੇ ਸੁਖੇਨ ਕਿਰਪਾਲਾ। ਸਤਿਗੁਰੂ ਜੀ ਨੇ ਆਪਣੀ ਬਾਣੀ ਨਾਲ ਉਹਨਾਂ ਨੂੰ ਸੁਖੈਨ ਕਰ ਦਿੱਤਾ। ਬ੍ਰਹਮ ਗਿਆਨ ਗੁਰਬਾਣੀ ਵਿੱਚ ਸਰਲ ਸ਼ਬਦਾਂ ਵਿੱਚ ਸਮਝਾ ਦਿੱਤਾ। ਦੋਹਰਾ ਨਿੰਦਕ ਜੇ ਨਿੰਦਾ ਕਰਹਿ ਕੀਰਤ ਛੋਟ ਨ ਹੋਏ। ਜੇ ਹੰਦਾਲੀਏ ਵਰਗੇ ਰਲ ਕੇ ਗੁਰੂ ਸਾਹਿਬ ਦੀ ਨਿੰਦਾ ਕਰਦੇ ਸਨ ਤੇ ਸਤਿਗੁਰਾਂ ਦੀ ਨਿੰਦਾ ਕਰਨ ਦੇ ਨਾਲ ਜੇ ਉਹ ਚਾਹਣ ਵੀ ਗੁਰੂ ਨਾਨਕ ਸਾਹਿਬ ਨੂੰ ਅਸੀਂ ਛੋਟਿਆਂ ਕਰ ਦਿਆਂਗੇ, ਉਹ ਛੋਟੇ ਨਹੀਂ ਹੋਣ ਵਾਲੇ ਕਿਸੇ ਦੀ ਨਿੰਦਾ ਕਰਨ ਨਾਲ। ਉਹ ਛੋਟੇ ਨਹੀਂ ਹੋਣ ਵਾਲੇ, ਉਹ ਤਾਂ ਵੱਡੇ ਨੇ, ਵੱਡੇ ਹੀ ਰਹਿਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਿੰਦਾ ਕਰਨ ਵਾਲੇ ਬੜੇ ਬੜੇ ਦੁਸ਼ਟ ਲੋਕ ਐ ਸੰਸਾਰ 'ਚ, ਜਿਨ੍ਹਾਂ ਨੂੰ ਮੇਰੇ ਸਤਿਗੁਰਾਂ ਦੀ ਵਡਿਆਈ ਭਾਉਂਦੀ ਨਹੀਂ। ਆ ਪਿੱਛੇ ਜੀ ਇੱਕ ਕੋਈ ਲੁਧਿਆਣੇ ਦਾ ਵੀ ਸੀ ਜਿਹਨੇ ਬੜੇ ਮਾੜੇ ਭੈੜੇ ਬੋਲ ਬੋਲੇ ਮਹਾਰਾਜ ਸੱਚੇ ਪਾਤਸ਼ਾਹ ਬਾਬਤ। ਔਰ ਸਰਕਾਰਾਂ ਉਹਨਾਂ ਨੂੰ ਛੇਹਾਂ ਦੇ ਕਰਕੇ ਹੋਰ ਉਕਸਾਉਂਦੀਆਂ, ਉਹਨਾਂ ਤੇ ਕੋਈ ਕਾਬੂ ਨਹੀਂ ਹੈ, ਕਿਸੇ ਤਰ੍ਹਾਂ ਦਾ ਕੰਟਰੋਲ ਨਹੀਂ ਹੈ। ਜੇ ਇਹੋ ਜਿਹੇ ਨਿੰਦਕ ਨੀਚ ਪਿੱਛੇ 10 ਆਏ ਨੇ ਜੁਗਾਂ ਤਾਈਂ, ਵੀ ਉਹ ਸਮੇਂ ਨੂੰ ਤੁਸੀਂ ਮਾਪ ਹੀ ਨਹੀਂ ਸਕਦੇ। ਇਹੋ ਜਿਹੇ ਇੰਨੇ ਸਮੇਂ ਤਾਈਂ ਨਰਕਾਂ ਦੀ ਅੱਗ 'ਚ ਸੜਦੇ, ਤ੍ਰਿਗਤ ਜੂਲੀਆਂ 'ਚ ਭਟਕਦੇ ਆ ਜੀਵ ਇਹੋ ਜਿਹੇ। ਜੇ ਇਹੋ ਜਿਹੇ ਨਿੰਦਕ ਰਲ ਕੇ ਸਤਿਗੁਰਾਂ ਨੂੰ ਛੋਟਾ ਕਹਿਣਾ ਚਾਹਣ ਤੇ ਮੇਰੇ ਸਾਹਿਬ ਨੇ ਛੋਟਿਆਂ ਨਹੀਂ ਹੋ ਜਾਣਾ। ਹਿੰਦਾਲੀਏ ਨੇ ਬੜਾ ਜ਼ੋਰ ਲਾਇਆ, ਉਹ ਕਹਿੰਦਾ ਹਿੰਦਾਲ ਵੱਡਾ ਹੈ। ਹਾਲਾਂਕਿ ਭਾਈ ਹਿੰਦਾਲ ਤਾਂ ਗੁਰੂ ਘਰ ਦਾ ਸੇਵਕ ਸੀ। ਮਾਂ ਕਵੀ ਜੀ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੋਈ ਛੋਟਾ ਨਹੀਂ ਹੋ ਜਾਣਾ ਜੇ ਕੋਈ ਉਹਨਾਂ ਦੀ ਨਿੰਦਾ ਕਰਕੇ ਉਹਨਾਂ ਨੂੰ ਛੋਟਾ ਕਰਨਾ ਚਾਹੇ। ਜਿਉਂ ਦੁਰਾਏ ਸਸ ਪੱਤਰ ਸੋ ਛਾਦਿਓ ਜਾਏ ਨਾ ਸੋਏ। ਜਿਵੇਂ ਆਕਾਸ਼ ਵਿੱਚ ਚੰਦਰਮਾ ਚੜਿਆ ਹੋਵੇ ਤੇ ਕਿਸੇ ਦੇ ਹੱਥ 'ਚ ਛੋਟਾ ਜਿਹਾ ਪੱਤਾ ਹੋਵੇ ਤੇ ਉਹ ਪੱਤੇ ਨੂੰ ਇਦਾਂ ਚੰਨ ਅੱਗੇ ਕਰਕੇ ਆਖੇ ਵੀ ਮੈਂ ਚੰਨ ਨੂੰ ਢੱਕ ਦਿੱਤਾ ਪੱਤੇ ਨਾਲ। ਆਪਣੀਆਂ ਅੱਖਾਂ ਤਾਂ ਢੱਕ ਲਈਆਂ ਨੇ ਪਰ ਚੰਨ ਨੂੰ ਨਹੀਂ ਕੱਜ ਸਕਦਾ। ਉਹਨੂੰ ਕਿਵੇਂ ਕੱਜੇਗਾ ਨਿੱਕੇ ਜਿਹੇ ਪੱਤੇ ਨਾਲ? ਆਪਣੀਆਂ ਅੱਖਾਂ ਦੇ ਉੱਤੇ ਤਾਂ ਕਰ ਲਿਆ ਪਰ ਚੰਨ ਤਾਂ ਨਹੀਂ ਨਾ ਕੱਜ ਹੁੰਦਾ। ਉਹ ਤਾਂ ਜਿਉਂ ਕਾ ਤਿਉਂ ਰਹਿੰਦਾ। ਇਦਾਂ ਗੁਰੂ ਨਾਨਕ ਸਾਹਿਬ ਦੀ ਸੋਭਾ ਜਿਉਂ ਕੀ ਤਿਉਂ ਰਹਿਣੀ ਹੈ। 550 ਸਾਲ ਪਹਿਲਾਂ ਜਿਵੇਂ ਉਹਨਾਂ ਦੀ ਉਪਮਾ ਸੰਸਾਰ 'ਚ ਪ੍ਰਗਟ ਸੀ, ਅੱਜ ਵੀ ਪ੍ਰਗਟ ਹੈ। ਇਹ ਸੰਸਾਰ ਜਦੋਂ ਤੱਕ ਰਹੇਗਾ ਔਰ ਇਹ ਸੰਸਾਰ ਦੇ ਬਿਨਸਣ ਤੋਂ ਬਾਅਦ ਵੀ ਗੁਰੂ ਨਾਨਕ ਦੀ ਵਡਿਆਈ ਪ੍ਰਗਟ ਰਹਿਣੀ। ਸਤਿ ਸ੍ਰੀ ਅਕਾਲ। ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਦੀ ਸੋਭਾ ਵਡਿਆਈ ਵੱਡੀ ਹੋ ਕੇ ਪ੍ਰਗਟ ਰਹਿਣੀ ਹੈ। ਚੌਪਈ ਜਿਉਂ ਰਬ ਕੋ ਉਲੂਕ ਮੁਖ ਨਿੰਦ ਹੈ। ਕਹਿੰਦੇ ਜਿਵੇਂ ਸੂਰਜ ਨੂੰ ਉੱਲੂ ਨਿੰਦਦਾ ਹੈ। ਉੱਲੂ ਕਹਿੰਦਾ ਕਾਹਦਾ ਸੂਰਜ ਹੈ, ਇਹਦੇ ਚੜ੍ਹਦਿਆਂ ਤੇ ਅੰਨਾ ਹੋ ਜਾਂਦਾ ਬੰਦਾ। ਉੱਲੂ ਅੰਨਾ ਹੁੰਦਾ ਨਾ, ਉਹਨੂੰ ਸੂਰਜ ਚੰਗਾ ਨਹੀਂ ਲੱਗਦਾ।
ਉਹ ਸੂਰਜ ਦੀ ਨਿੰਦਾ ਕਰਦਾ ਹੈ। ਅੰਧ ਹੋਏ ਨਿਜ ਲੋਚਨ ਮੁੰਦ ਹੈ। ਉੱਲੂ ਅੰਨਾ ਹੋ ਕੇ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਜਦੋਂ ਸੂਰਜ ਚੜ੍ਹਦਾ ਹੈ। ਮਾਰ ਟੰਡ ਘਟ ਹੋਏ ਨਾ ਜਾਈ। ਹੁਣ ਉੱਲੂ ਜਿੰਨੀ ਮਰਜ਼ੀ ਨਿੰਦਾ ਕਰੀ ਜੇ ਸੂਰਜ ਦੀ, ਸੂਰਜ ਦਾ ਕੀ ਘਟਦਾ ਭਲਾ? ਉਹਨੇ ਕਦੇ ਰੋਸ਼ਨੀ ਤਾਂ ਨਹੀਂ ਮੰਦ ਕੀਤੀ ਆਪਣੀ ਉੱਲੂ ਦੇ ਕਹਿਣ ਤੇ। ਕਹਿੰਦੇ ਸੂਰਜ ਦਾ ਕੀ ਘਟ ਜਾਂਦਾ, ਉਹਦੇ ਚ ਕੀ ਉਹਦਾ ਘਟ ਜਾਣਾ। ਦੀਪਤ ਸਭ ਲੋਕਨ ਸੁਖਦਾਈ। ਉਸੇ ਤਰ੍ਹਾਂ ਪ੍ਰਕਾਸ਼ ਕਰਕੇ ਸਾਰੇ ਜਗਤ ਦੇ ਲੋਕਾਂ ਨੂੰ ਸੁੱਖ ਦਿੰਦਾ। ਉਸੇ ਤਰ੍ਹਾਂ ਪ੍ਰਕਾਸ਼ ਕਰਕੇ ਸਾਰੇ ਸੰਸਾਰ ਨੂੰ ਸੁੱਖ ਦਿੰਦਾ। ਤਿਉ ਨਾਨਕ ਕੀਰਤ ਪ੍ਰਕਾਸ਼ੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕੀਰਤੀ ਆ ਉਹਦਾ ਪ੍ਰਕਾਸ਼ ਚਾਰੇ ਪਾਸੇ ਹੈ। ਦੀਪਤ ਜਹਾਂ ਤਹ ਨਿੰਦਕ ਨਾਸ਼ੀ। ਕਹਿੰਦੇ ਜਿਹੜੇ ਨਿੰਦਕ ਨੇ ਉਹਨਾਂ ਦਾ ਨਾਸ਼ ਹੁੰਦਾ ਹੈ। ਸਤਿਗੁਰਾਂ ਦੀ ਮਹਿਮਾ ਚਾਰੇ ਪਾਸੇ ਪ੍ਰਕਾਸ਼ ਰਹੀ ਹੈ। ਆਸ਼ਰਮ ਵਰਨ ਚਤੁਰ ਬਿਸਤਾਰਾ। ਚਾਰਾਂ ਆਸ਼ਰਮਾਂ ਤੇ ਚਾਰਾਂ ਵਰਣਾਂ ਵਿੱਚ ਮਹਾਰਾਜ ਜੀ ਦੀ ਕੀਰਤੀ ਦਾ ਵਿਸਥਾਰ ਹੈ। ਸ਼੍ਰੀ ਗੁਰ ਕੀਰਤ ਕਰਹਿ ਉਚਾਰਾ। ਸਤਿਗੁਰਾਂ ਦੀ ਕੀਰਤੀ, ਸਤਿਗੁਰਾਂ ਦੀ ਵਡਿਆਈ ਦੀ ਉਪਮਾ ਹੋ ਰਹੀ ਹੈ। ਤੁਰਕ ਸਬੈ ਤੁਰਕਨ ਕੇ ਪੀਰੂ। ਮਹਾਰਾਜ ਸੱਚੇ ਪਾਤਸ਼ਾਹ ਜਿੰਨੇ ਤੁਰਕ ਨੇ ਸੰਸਾਰ ਦੇ ਵਿੱਚ, ਉਹਨਾਂ ਤੁਰਕਾਂ ਦੇ ਜਿਹੜੇ ਪੀਰ ਨੇ ਉਹਨਾਂ ਦੇ ਵੀ ਪੀਰ ਨੇ ਗੁਰੂ ਨਾਨਕ ਸਾਹਿਬ। ਹਾਂਜੀ, ਜਾਣਹਿ ਨਾਨਕ ਗੁਨੀ ਗਹੀਰੂ। ਉਹ ਪੀਰਾਂ ਦੇ ਪੀਰ ਨੇ ਗੁਰੂ ਨਾਨਕ ਸਾਹਿਬ। ਜਾਹਰ ਪੀਰ ਜਗਤ ਗੁਰ ਬਾਬਾ, ਉਹ ਵੀ ਸਤਿਗੁਰਾਂ ਦੀ ਮਹਿਮਾ ਨੂੰ ਜਾਣਦੇ ਹਨ। ਕਲਾਵਾਨ ਸਿੱਧਨਾਥ ਜੇ ਜਹਤ ਹੈ। ਬੜੇ ਬੜੇ ਕਲਾਵਾਨ ਸਿੱਧਨਾਥ ਜਤੀ ਜਿਹੜੇ ਜਿਹੜੇ ਜਿੱਥੇ ਜਿੱਥੇ ਵੀ ਹਨ। ਸ਼੍ਰੀ ਗੁਰ ਕੀਰਤ ਪੂਰਨ ਸਭ ਮਹਿ। ਉਹ ਸਾਰੇ ਗੁਰੂ ਨਾਨਕ ਸਾਹਿਬ ਦੀ ਕੀਰਤੀ ਕਰਦੇ ਆ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਵੀ ਸਤਿਗੁਰਾਂ ਦੀ ਵਡਿਆਈ ਕਰਦੇ। ਮਹਾਰਾਜ ਜੀ ਦੀ ਕੀਰਤੀ ਉਹਨਾਂ ਵਿੱਚ ਵੀ ਪਰਿਪੂਰਨ ਹੈ। ਜਹ ਲਉ ਹੈ ਵਿਸਤ੍ਰਿਤ ਸੋ ਅਵਨੀ। ਜਿੱਥੇ ਤੱਕ ਇਹ ਧਰਤੀ ਦਾ ਫੈਲਾਓ ਹੈ, ਜਿੱਥੇ ਤਾਈਂ ਵੀ ਇਹ ਧਰਤੀ ਫੈਲੀ ਹੋਈ ਹੈ, ਸਰਬ ਥਾਨ ਮੈਂ ਕੀਰਤ ਰਵਨੀ। ਸਰਬ ਥਾਵਾਂ ਤੇ ਮਹਾਰਾਜ ਜੀ ਦੀ ਕੀਰਤੀ ਹੈ। ਸਰਬ ਥਾਵਾਂ ਤੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ। ਤੋਰੇ ਹੁਤੇ ਮੁਵਾਸ ਮੁਕਾਮਾ। ਜਿਹੜੇ ਵੱਡੇ ਵੱਡੇ ਆਕੀ ਸਨ ਨਾ, ਬਾਗੀ, ਵਲੀ ਕੰਧਾਰੀ ਜੈ, ਕੌਡੇ ਜੈ, ਸੱਜਣ ਜੈ, ਨੂਰ ਸ਼ਾਹ ਜਾਦੂਗਰਨੀਆਂ ਵਰਗੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਵੱਡੇ ਵੱਡੇ ਆਕੀ ਤੇ ਬਾਗੀਆਂ ਨੂੰ ਵੀ ਆਪਣੇ ਚਰਨਾਂ ਦੀ ਸ਼ਰਨ ਝੁਕਾ ਲਿਆ। ਉਹਨਾਂ ਨੂੰ ਵੀ ਆਪਣੇ ਚਰਨੀ ਪਾ ਲਿਆ। ਸਭ ਉਪਰ ਰਾਜਤ ਅਭਿਰਾਮਾ। ਸਤਿਗੁਰਾਂ ਦੀ ਵਡਿਆਈ ਸਾਰਿਆਂ ਦੇ ਸਿਰਾਂ ਉੱਤੇ ਰਾਜਦੀ ਹੈ, ਬਿਰਾਜਦੀ ਹੈ। ਸੁਣੋ ਜੀ, ਕਵਿਤ ਉਚਾਰਨ ਹੋ ਰਿਹਾ ਮਾਂ ਕਵੀ ਜੀ ਵੱਲੋਂ ਗੁਰੂ ਨਾਨਕ ਸਾਹਿਬ ਦੀ ਸਿਫਤ ਦਾ। ਆਹਾ, ਪਾਤਸ਼ਾਹ ਦੀ ਵਡਿਆਈ ਕਿੱਥੇ ਕਿੱਥੇ ਫੈਲੀ ਹੈ। ਬੜਾ ਸੁੰਦਰ ਕਵਿਤ ਮਾਂ ਕਵੀ ਜੀ ਉਚਾਰਨ ਕਰ ਰਹੇ ਨੇ। ਇਨ ਬਿਨ ਇਸੇ ਤਰ੍ਹਾਂ ਦਾ ਕਵਿਤ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਅਕਾਲ ਉਸਤਤ ਬਾਣੀ ਦੇ ਵਿੱਚ ਰਚਿਆ ਹੈ। ਜਿੱਥੇ ਮਹਾਰਾਜ ਜੀ ਹੰਸਾ ਸੀ ਹੁਸੈਨਾਬਾਦ, ਉੱਥੇ ਉਹ ਸੋਹਣੀ ਉਪਮਾ ਮਹਾਰਾਜ ਜੀ ਗੁਰੂ ਨਾਨਕ ਅਕਾਲ ਪੁਰਖ ਜੀ ਦੀ ਪ੍ਰਗਟ ਕਰਕੇ ਵਰਣਨ ਕਰਦੇ। ਮਾਂ ਕਵੀ ਜੀ ਉਸੇ ਦਾ ਹੀ ਮਾਨੋ ਇੱਥੇ ਅਨੁਵਾਦ ਕਰ ਰਹੇ ਨੇ। ਸੁਣੀਏ ਜੀ। ਕਬਿਤ ਖੁਰਾਸਾਨ ਕਾਬਲ ਕੰਧਾਰ ਹੂੰ ਮੈਂ ਕੇ ਵੱਡਾ ਸੀ। ਆਹ ਖੁਰਾਸਾਨ ਖਸਮਾਨਾ। ਖੁਰਾਸਾਨ ਆ ਕਾਬਲ ਕੰਧਾਰ ਦਾ ਇਲਾਕਾ, ਖੁਰਾਸਾਨ ਅਫਗਾਨਿਸਤਾਨ ਦਾ ਇਲਾਕਾ। ਉੱਥੇ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕੇਵੜੇ ਦੇ ਫੁੱਲ ਵਾਂਗੂ ਖਿੜੀ ਹੋਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਕੇਵੜੇ ਦਾ ਫੁੱਲ ਹੁੰਦਾ ਨਾ, ਬੜਾ ਸੁੰਦਰ ਸੁਗੰਧੀ ਵਾਲਾ। ਕਹਿੰਦੇ ਗੁਰੂ ਨਾਨਕ ਸਾਹਿਬ ਦੀ ਵਡਿਆਈ, ਗੁਰੂ ਨਾਨਕ ਸਾਹਿਬ ਦੀ ਸਿਫਤ ਅਫਗਾਨਿਸਤਾਨ ਵਿੱਚ, ਕਾਬਲ ਕੰਧਾਰ ਵਿੱਚ ਕੇਵੜੇ ਵਾਂਗੂ ਫੈਲੀ ਹੋਈ ਹੈ। ਮਦ ਮੁਲਤਾਨ ਹੂੰ ਕੇ ਮਾਲਤੀ ਸੀ ਫੂਲੀਆ। ਤੇ ਮੁਲਤਾਨ ਦੇ ਇਲਾਕੇ ਵਿੱਚ ਮਾਲਤੀ ਦੇ ਫੁੱਲਾਂ ਵਾਂਗੂ ਫੁੱਲੀ ਹੋਈ ਹੈ ਗੁਰੂ ਨਾਨਕ ਸਾਹਿਬ ਦੀ ਵਡਿਆਈ। ਮਾਲਤੀ ਦੇ ਫੁੱਲਾਂ ਵਾਂਗੂ ਸਤਿਗੁਰਾਂ ਦੀ ਵਡਿਆਈ ਫੈਲੀ ਹੋਈ ਹੈ। ਮੱਕੇ ਮੈਂ ਮੰਦਾਰ ਸੀ, ਮਦੀਨੇ ਹੈ ਮਯੰਕ ਸਮ। ਤੇ ਮੱਕੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵਡਿਆਈ ਮੰਦਾਰ ਸੀ। ਮੰਦਾਰ ਕਹਿੰਦੇ ਆ ਕਲਪ ਬ੍ਰਿਛ ਨੂੰ। ਕਹਿੰਦੇ ਕਲਪ ਬ੍ਰਿਛ ਵਾਂਗੂ ਮੱਕੇ ਦੇ ਵਿੱਚ ਮਹਾਰਾਜ ਜੀ ਦੀ ਵਡਿਆਈ ਫੈਲੀ ਹੋਈ ਹੈ। ਮਦੀਨੇ ਹੈ ਮਯੰਕ ਸਮ, ਤੇ ਮੱਕੇ ਤੋਂ ਕੁਝ ਦੂਰੀ ਤੇ ਹੈ ਮਦੀਨਾ, ਜਿੱਥੇ ਹਜ਼ਰਤ ਸਾਹਿਬ ਦੀ ਕਬਰ ਹੈ। ਕਹਿੰਦੇ ਮਦੀਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਚੰਦਰਮਾ ਵਾਂਗੂ, ਮਯੰਕ ਕਹਿੰਦੇ ਆ ਚੰਦਰਮਾ, ਕਹਿੰਦੇ ਚੰਦਰਮਾ ਦੇ ਸਮਾਨ ਮਹਾਰਾਜ ਜੀ ਦੀ ਮਹਿਮਾ ਉੱਥੇ ਫੈਲੀ ਹੋਈ ਹੈ।
ਕੰਬ ਜੈਸੀ ਕਾਸ਼ਮੀਰ ਭਲੀ ਭਾਂਤ ਝੂਲੀਆ। ਤੇ ਕਸ਼ਮੀਰ ਦੇ ਵਿੱਚ ਮਹਾਰਾਜ ਜੀ ਦੀ ਮਹਿਮਾ ਸ਼ੰਖ ਵਾਂਗੂ, ਸ਼ੰਖ ਚਿੱਟਾ ਹੁੰਦਾ ਨਾ, ਕੰਬ ਨਾਮ ਹੁੰਦਾ ਸ਼ੰਖ ਦਾ, ਕਹਿੰਦੇ ਸ਼ੰਖ ਵਾਂਗੂ ਮਹਾਰਾਜ ਜੀ ਦੀ ਉਜਵਲ ਮਹਿਮਾ ਕਸ਼ਮੀਰ 'ਚ ਭਲੀ ਪ੍ਰਕਾਰ ਨਾਲ ਝੂਲਦੀ ਹੈ। ਕਾਸ਼ਮੀਰ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਕਸ਼ਮੀਰ ਵਿੱਚ, ਉੱਥੇ ਮਹਾਰਾਜ ਜੀ ਦੀ ਮਹਿਮਾ, ਧੰਨ ਗੁਰੂ ਨਾਨਕ ਸਾਹਿਬ ਦੀ ਵਡਿਆਈ ਉਹ ਸ਼ੰਖ ਵਾਂਗੂ ਉਜਵਲ ਹੋ ਕੇ ਝੂਲ ਰਹੀ ਹੈ। ਪਾਰਦ ਸੀ ਬਗਦਾਦ ਨਾਰਦ ਸੀ ਪਖਰਾਦ। ਕਹਿੰਦੇ ਪਾਰਦ, ਪਾਰਦ ਨਾਮ ਪਾਰੇ ਦਾ ਹੁੰਦਾ, ਪਾਰਾ ਵੀ ਚਿੱਟਾ ਹੁੰਦਾ ਨਾ, ਕਹਿੰਦੇ ਪਾਰੇ ਵਾਂਗੂ ਚਿੱਟੀ ਉਪਮਾ ਗੁਰੂ ਨਾਨਕ ਸਾਹਿਬ ਦੀ ਬਗਦਾਦ ਵਿੱਚ ਝੂਲਦੀ ਹੈ। ਗੁਰੂ ਨਾਨਕ ਸਾਹਿਬ ਦਾ ਸਥਾਨ ਬਗਦਾਦ ਵਿੱਚ ਵੀ ਹੈ। ਪਾਰਦ ਸੀ ਬਗਦਾਦ ਨਾਰਦ ਸੀ ਪਖਰਾਦ। ਪੱਖਰ ਤੇ ਸੱਖਰ ਦਾ ਇਲਾਕਾ, ਆ ਜਿਹੜਾ ਕੱਛ ਦਾ ਇਲਾਕਾ ਨਾ, ਇੱਧਰ ਗੁਜਰਾਤ ਦੇ ਪਰਲੇ ਪਾਸੇ ਹੁਣ ਪਾਕਿਸਤਾਨ ਦੀ ਹੱਦ ਲੱਗਦੀ ਹੈ, ਉਹ ਕੱਛ ਦੇ ਇਲਾਕੇ ਦੇ ਨਾਲ ਪਰੇ ਜਿਹੜਾ ਇਲਾਕਾ ਉਹ ਪੱਖਰ ਸੱਖਰ ਦਾ ਇਲਾਕਾ ਹੈ। ਉੱਥੇ ਵੀ ਗੁਰੂ ਨਾਨਕ ਸਾਹਿਬ ਦੇ ਸਥਾਨ ਨੇ। ਕਹਿੰਦੇ ਉੱਥੇ ਮਹਾਰਾਜ ਜੀ ਦੀ ਨਾਰਦ ਨਾਮ ਹੈ ਉਜਵਲ ਚਿੱਟਾ। ਉੱਥੇ ਵੀ ਗੁਰੂ ਨਾਨਕ ਸਾਹਿਬ ਦੀ ਉਜਵਲ ਤੇ ਚਿੱਟੀ ਮਹਿਮਾ ਜਿਹੜੀ ਹੈ ਨਾ ਉਹ ਫੈਲ ਰਹੀ ਹੈ। ਤੇ ਹਾਂਜੀ, ਗੰਗਾ ਕੈਸੀ ਧਾਰ ਪਈ ਗੰਗ ਜੂ ਕੇ ਕੂਲੀਆ। ਤੇ ਗੰਗਾ ਵੀ ਚਿੱਟੀ ਹੁੰਦੀ ਹੈ, ਤੇ ਗੰਗਾ ਵਾਂਗੂ ਚਿੱਟੀ ਮਹਿਮਾ ਗੁਰੂ ਨਾਨਕ ਸਾਹਿਬ ਦੀ ਉਜਵਲ ਮਹਿਮਾ ਉਹ ਗੰਗਾ ਦੇ ਕਿਨਾਰਿਆਂ ਕਿਨਾਰਿਆਂ ਨਾਲ ਕਦੇ ਇਲਾਹਾਬਾਦ, ਬਨਾਰਸ, ਹਰਿਦੁਆਰ, ਧੰਨ ਗੁਰੂ ਨਾਨਕ ਸਾਹਿਬ ਦੇ ਸਥਾਨ ਹਨ ਕਿ ਨਹੀਂ ਹਨ? ਉੱਥੇ ਵੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਕੀਰਤੀ ਫੈਲ ਰਹੀ ਹੈ। ਉੱਥੇ ਵੀ ਗੁਰੂ ਨਾਨਕ ਸਾਹਿਬ ਦੀ ਸੋਭਾ ਉਜਾਗਰ ਹੋ ਰਹੀ ਹੈ। ਚੌਰ ਜੈਸੀ ਚਾਰੋਂ ਦੇਸ਼ ਸੋ ਹੈ ਸਭ ਸੀਸ ਪਰ। ਆ ਮਹਾਰਾਜ ਜੀ ਤੇ ਜਿਵੇਂ ਚਵਰ ਨਹੀਂ ਝੁਲਦਾ, ਚੌਰ, ਚੌਰ ਦਾ ਮਤਲਬ ਚਵਰ, ਕਹਿੰਦੇ ਚਵਰ ਦੇ ਸਮਾਨ ਗੁਰੂ ਨਾਨਕ ਸਾਹਿਬ ਦੀ ਵਡਿਆਈ ਚਾਰਾਂ ਦਿਸ਼ਾਵਾਂ ਦੇ ਵਿੱਚ ਕਦੇ ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ ਇਉਂ ਫੈਲ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਦੀ ਉਪਮਾ ਚਵਰ ਵਾਂਗੂ, ਜਿਵੇਂ ਚਵਰ ਨਹੀਂ ਸੱਜੇ ਤੋਂ ਖੱਬੇ ਇਦਾਂ ਝੂਲਦਾ, ਗ੍ਰੰਥੀ ਸਿੰਘ ਜੀ ਝੁਲਾਉਂਦੇ ਮਹਾਰਾਜ ਜੀ ਤੇ, ਕਹਿੰਦੇ ਇਦਾਂ ਚਵਰ ਵਾਂਗੂ ਸਤਿਗੁਰਾਂ ਦੀ ਵਡਿਆਈ ਚਾਰਾਂ ਦਿਸ਼ਾਵਾਂ ਵਿੱਚ ਸਭ ਦੇ ਸੀਸ ਤੇ ਸ਼ੋਭਨੀਕ ਹੈ। ਸਾਤ ਦੀਪ ਮਦ ਮੈਂ ਮਰਾਲ ਪਾਤ ਭੂਲੀਆ। ਫਿਰ ਸੱਤ ਦੀਪ ਨੇ, ਜੰਬੂ ਦੀਪ ਹੈ, ਕੰਬੂ ਦੀਪ ਹੈ, ਸਿੰਗਲਾ ਦੀਪ ਹੈ। ਉਹ ਜਿਹੜੇ ਸੱਤ ਦੀਪ ਨੇ, ਉਹਨਾਂ ਸੱਤਾਂ ਦੀਪਾਂ ਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਇਉਂ ਝੂਲ ਰਹੀ ਹੈ ਜਿਵੇਂ ਹੰਸਾਂ ਦੀ ਡਾਰ ਭੁੱਲੀ ਹੋਈ ਉੱਡਦੀ ਫਿਰੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੰਸਾਂ ਦੀ ਡਾਰ, ਹੰਸ ਚਿੱਟੇ ਹੁੰਦੇ ਆ ਨਾ, ਤੇ ਹੰਸਾਂ ਦੀ ਡਾਰ ਭੁੱਲ ਜਾ ਵੀ ਅਸੀਂ ਕਿੱਧਰ ਜਾਣਾ, ਉਹ ਸੱਤਾਂ ਦੀਪਾਂ ਦੇ ਉੱਤੇ ਉੱਡਦੀ ਫਿਰਦੀ, ਕਦੇ ਭੁਲੇਖੇ ਨਾਲ ਇੱਧਰ, ਕਦੇ ਇੱਧਰ, ਕਦੇ। ਇਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ। ਕਹਿੰਦੇ ਜਿਹੜੀ ਹੰਸਾਂ ਵਾਂਗੂ ਚਿੱਟੀ ਉਜਵਲ ਉਹ ਉਡਾਰੀਆਂ ਮਾਰ ਮਾਰ ਕੇ ਸੱਤਾਂ ਦੀਪਾਂ ਦੇ ਉੱਤੇ ਫੈਲੀ ਫਿਰਦੀ ਹੈ, ਕਦੇ ਕਿਤੇ ਕਦੇ ਕਿਤੇ। ਇਦਾਂ ਗੁਰੂ ਨਾਨਕ ਸਾਹਿਬ ਦੀਆਂ ਵਡਿਆਈਆਂ, ਗੁਰੂ ਨਾਨਕ ਸਾਹਿਬ ਦੀ ਸੋਭਾ ਸੰਸਾਰ 'ਚ ਪ੍ਰਗਟ ਹੋ ਰਹੀ ਹੈ। ਜੈ ਜੈਕਾਰ ਕਰੇ ਸਭ ਕੋਈ, 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 ਜੈ ਜੈਕਾਰ ਕਰੇ ਸਭ ਕੋਈ। ਸਾਰੇ ਪਾਸੇ ਸੰਸਾਰ 'ਚ ਮਹਾਰਾਜ ਜੀ ਦੀ ਜੈ ਜੈਕਾਰ ਹੋ ਰਹੀ ਹੈ। ਸੱਤਾਂ ਦੀਪਾਂ ਦੇ ਉੱਤੇ ਹੰਸਾਂ ਦੀ ਪਾਂਤ, ਕਹਿੰਦੇ ਮਾਨੋ ਉਪਮਾ ਇਦਾਂ ਹੰਸਾਂ ਦੀ ਪਾਂਤ ਮੁਤਾਬਕ ਭੁੱਲੀ ਹੋਈ ਫਿਰਦੀ ਹੈ। ਅਮਲ ਕਮਲ ਜੈਸੀ ਕਾਂਸ਼ੀ ਮੈਂ ਬਿਰਾਜਮਾਨ। ਕਹਿੰਦੇ ਜਿਵੇਂ ਕਮਲ ਹੁੰਦਾ ਨਾ ਚਿੱਟਾ, ਤੇ ਕਮਲ ਦੇ ਫੁੱਲ ਵਾਂਗੂ ਚਿੱਟੀ ਉਜਵਲ ਮਹਿਮਾ ਗੁਰੂ ਨਾਨਕ ਸਾਹਿਬ ਦੀ ਕਾਂਸ਼ੀ ਵਿੱਚ ਵੀ ਬਿਰਾਜਮਾਨ ਹੈ। ਕਾਂਸ਼ੀ ਬਨਾਰਸ, ਵਾਰਾਣਸੀ, ਬਨਾਰਸ ਵਿੱਚ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਥਾਨ ਹਨ। ਤੋ ਕਹਿੰਦੇ ਉੱਥੇ ਕਾਂਸ਼ੀ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਉਹ ਕਮਲ ਦੇ ਫੁੱਲ ਵਾਂਗੂ ਉਜਵਲ ਹੋ ਕੇ ਪ੍ਰਕਾਸ਼ਮਾਨ ਹੈ। ਸੁਦਾ ਸਮ ਸੁਦਾ ਸਾਰ ਦਿੱਲੀ ਦੂਧ ਸੋਹੀਏ। ਔਰ ਅੰਮ੍ਰਿਤ ਵਰਗੀ ਮਹਿਮਾ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤਸਰ ਸਾਹਿਬ ਵਿੱਚ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੁਧਾ ਸਮ ਸੁਧਾ ਸਰ,
ਅੰਮ੍ਰਿਤ ਵਰਗੀ ਮਹਿਮਾ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤਸਰ ਸਾਹਿਬ ਵਿੱਚ ਹੈ। ਗੁਰੂ ਨਾਨਕ ਸਾਹਿਬ ਦਾ ਘਰ ਹੈ, ਗੁਰੂ ਰਾਮਦਾਸ ਸਾਹਿਬ ਦਾ ਘਰ ਹੈ। ਇਹ ਗੁਰੂ ਨਾਨਕ ਸਾਹਿਬ ਦੀ ਵਡਿਆਈ। ਦਿੱਲੀ ਦੂਧ ਸੋਹੀਏ, ਤੇ ਦਿੱਲੀ ਵਿੱਚ ਦੁੱਧ ਵਾਂਗੂ ਚਿੱਟੀ ਉਪਮਾ ਗੁਰੂ ਨਾਨਕ ਸਾਹਿਬ ਦੀ, ਉੱਥੇ ਵੀ ਸ਼ੋਭਨੀਕ ਹੈ। ਮਜਨੂ ਦੇ ਟਿੱਲੇ ਮਹਾਰਾਜ ਗੁਰੂ ਨਾਨਕ ਸਾਹਿਬ ਆਸਣ ਲਾਏ। ਦਿੱਲੀ ਦੇ ਵਿੱਚ ਦੁੱਧ ਵਾਂਗੂ ਚਿੱਟੀ ਉਪਮਾ ਗੁਰੂ ਨਾਨਕ ਸਾਹਿਬ ਦੀ, ਉੱਥੇ ਵੀ ਸ਼ੋਭਨੀਕ ਹੈ। ਜੌਨ ਜੈਸੀ ਜੋਧਪੁਰ ਸ਼ੇਸ਼ ਸੀ ਸੁਮੇਰ ਪਰ। ਤੇ ਜੌਨ ਨਾਮ ਹੁੰਦਾ ਚੰਦਰਮਾ ਦਾ। ਚੰਦਰਮਾ ਦੀ ਚਾਨਣੀ ਵਰਗੀ ਮਹਿਮਾ ਮਹਾਰਾਜ ਜੀ ਦੀ ਜੋਧਪੁਰ ਵਿੱਚ ਵੀ ਹੈ। ਜੌਨ ਜੈਸੀ ਜੋਧਪੁਰ, ਰਾਜਸਥਾਨ ਦੇ ਇਲਾਕੇ 'ਚ ਜੋਧਪੁਰ ਨਗਰ ਹੈ, ਉੱਥੇ ਵੀ ਗੁਰੂ ਕੇ ਸਿੱਖ ਵਸਦੇ ਆ। ਤੋ ਜੋਧਪੁਰ ਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਵਡਿਆਈ, ਉਹ ਵੀ ਚੰਦਰਮਾ ਵਾਂਗੂ ਸ਼ੋਭਨੀਕ ਹੈ। ਹਾਂਜੀ, ਸ਼ੇਸ਼ ਸੀ ਸੁਮੇਰ ਪਰ, ਤੇ ਸ਼ੇਸ਼ਨਾਗ ਚਿੱਟਾ ਹੁੰਦਾ ਨਾ, ਕਹਿੰਦੇ ਸ਼ੇਸ਼ ਵਰਗੀ ਚਿੱਟੀ ਮਹਿਮਾ ਉਹ ਸੁਮੇਰ ਪਰਬਤ ਦੇ ਉੱਤੇ ਵੀ ਆ ਗੁਰੂ ਨਾਨਕ ਸਾਹਿਬ ਦੀ। ਚੰਦਨ ਸੀ ਚੀਨ ਔ ਮਚੀਨ ਮਾਹੇ ਜੋਹੀਏ। ਤੇ ਚੰਦਨ ਵਰਗੀ ਖੁਸ਼ਬੂ ਵਾਲੀ ਮਹਿਮਾ ਗੁਰੂ ਨਾਨਕ ਸਾਹਿਬ ਦੀ ਚੀਨ ਦੇ ਮਚੀਨੀਆਂ ਵਿੱਚ ਵੀ ਹੈ। ਚੀਨ ਮਚੀਨ ਕੇ ਸੀਸ ਨਿਆਵੈ, ਤਿੱਬਤੀ ਧਿਆਵੈ, ਦੁੱਖ ਦੇਹ ਕੋ ਦਲਤ ਹੈ। ਉਹ ਚੀਨ ਦੇ ਚੀਨੀਏ ਮਚੀਨੀਏ ਜਿਹੜੇ ਆ, ਉੱਥੇ ਗੁਰੂ ਨਾਨਕ ਸਾਹਿਬ ਨੂੰ ਨਾਨਕ ਲਾਮਾ ਕਹਿ ਕੇ ਨਮਸਕਾਰਾਂ ਕਰਦੇ ਆ। ਉੱਥੇ ਵੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਪ੍ਰਗਟ ਹੈ। ਨੇਪਾਲ ਮੈਂ ਨਿਹੱਕ ਸੀ ਕਮਾਊ ਮੈਂ ਕਪਾਸ ਸੀ। ਤੇ ਕਹਿੰਦੇ ਨੇਪਾਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ, ਨਿਹਕਸੀ ਦਾ ਮਤਲਬ ਹੁੰਦਾ ਹੈ ਹੀਰਿਆਂ ਵਰਗੀ ਚਿੱਟੀ ਉਜਵਲ। ਨੇਪਾਲ ਵਿੱਚ ਕਾਠਮੰਡੂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਥਾਨ ਨੇ। ਤੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਦੀ ਨੇਪਾਲ ਦੇ ਵਿੱਚ ਨੇਪਾਲੀ ਪੂਜਾ ਕਰਦੇ ਆ। ਗੁਰੂ ਨਾਨਕ ਸਾਹਿਬ ਦੀ ਵਡਿਆਈ, ਪਾਤਸ਼ਾਹ ਦਾ ਦਾਇਰਾ ਨਾ ਅਸੀਂ ਸੰਕੀਰਣ ਕਰ ਲਿਆ, ਪਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਤਾਂ ਸਾਰੇ ਸੰਸਾਰ ਨੂੰ ਆਪਣੇ ਕਲਾਮੇ 'ਚ ਲੈ ਲਿਆ। ਜਿੱਥੇ ਤਾਈਂ ਸਾਡੀ ਪਹੁੰਚ ਸੀ ਅਸੀਂ ਥਾਂ ਲੱਭ ਲਏ ਗੁਰੂ ਨਾਨਕ ਸਾਹਿਬ ਦੇ। ਆਲੇ ਵੀ ਲੱਖਾਂ ਥਾਵਾਂ ਐਸੀਆਂ ਨੇ ਜਿੱਥੇ ਜਿੱਥੇ ਗੁਰੂ ਬਾਬਾ ਜੀ ਗਏ, ਸਾਡੀ ਪਹੁੰਚ ਉੱਥੇ ਤਾਈਂ ਨਹੀਂ ਹੋਈ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਨੇਪਾਲ ਦੇ ਵਿੱਚ ਹੀਰਿਆਂ ਵਾਂਗੂ ਉਜਵਲ ਸੋਭਾ ਮਹਾਰਾਜ ਜੀ ਦੀ ਪ੍ਰਗਟ ਹੈ ਉੱਥੇ। ਹਾਂਜੀ, ਕਮਾਊ ਮੈਂ ਕਪਾਸ ਸੀ, ਜਿਹੜਾ ਕਮਾਊਗੜ੍ਹ ਦਾ ਇਲਾਕਾ, ਜਿਹਨੂੰ ਕਾਮਰੂਪ ਕਹਿੰਦੇ, ਅਸਾਮ ਦਾ ਇਲਾਕਾ, ਉੱਥੇ ਕਾਮਰੂ ਦੇ ਇਲਾਕੇ ਦੇ ਵਿੱਚ ਬ੍ਰਹਮਪੁੱਤਰ ਦੇ ਦਰਿਆ ਦੇ ਪਾਰਲੇ ਬੰਨੇ ਉਰਲੇ ਬੰਨੇ, ਉੱਥੇ ਮਹਾਰਾਜ ਜੀ ਦੀ ਕਪਾਹ ਵਾਂਗੂ, ਜਿਵੇਂ ਕਪਾਹ ਚਿੱਟੀ ਹੁੰਦੀ ਹੈ ਨਾ, ਕਪਾਹ ਰੂਹ ਉਹਦੀ, ਕਹਿੰਦੇ ਕਪਾਸ ਵਰਗੀ ਉਸ ਕਾਮਰੂਪ ਦੇਸ਼ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਉਜਵਲ ਮਹਿਮਾ ਹੈ। ਹਿਸਾਰ ਕੋਟ ਹਿਮ ਸੀ ਸੁਖਦ ਅਵਰੋਹੀਏ। ਆ ਜਿਹੜਾ ਹਾਂਸੀ ਹਿਸਾਰ ਦਾ ਇਲਾਕਾ ਹਰਿਆਣੇ 'ਚ ਚਲਾ ਗਿਆ, ਹੁਣ ਬਾਂਗਰ ਦਾ ਇਲਾਕਾ, ਕਹਿੰਦੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੰਸਨੀ ਵਰਗੀ ਸੋਭਾ ਮਹਿਮਾ ਪ੍ਰਗਟ ਹੈ। ਆਠੋਂ ਦਿਗ ਪਾਲਨ ਕੇ ਦਸਨ ਪੈ ਜਾਏ ਟਿਕੀ। ਕਹਿੰਦੇ ਜਿਹੜੇ 8 ਦਿਗ ਪਾਲ ਨੇ ਨਾ, 8 ਦਿਸ਼ਾਵਾਂ ਨੇ, ਚਾਰ ਮੁਖ ਤੇ 4 ਉਪ, ਉਹਨਾਂ 8 ਦਿਸ਼ਾਵਾਂ ਦੇ 8 ਦਿਸ਼ਾ ਪਾਲ ਨੇ, ਜਿਹੜੇ ਇੱਕ ਦਿਸ਼ਾ ਦੀ ਸਾਂਭ ਕਰਦੇ ਆ। ਉਹਨਾਂ 8 ਦਿਸ਼ਾ ਪਾਲਾਂ ਦੇ ਮੂੰਹ 'ਚ ਜਿਹੜੇ ਦੰਦ ਨੇ ਚਿੱਟੇ ਰੰਗ ਦੇ, ਕਹਿੰਦੇ ਉਹ ਚਿੱਟੇ ਰੰਗ ਦੇ ਦੰਦਾਂ ਵਾਂਗੂ ਉਹਨਾਂ ਦੇ ਮੂੰਹ ਵਿੱਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ। 8 ਦਿਸ਼ਾਵਾਂ ਦੇ 8 ਦਿਸ਼ਾ ਪਾਲ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰ ਰਹੇ ਨੇ। ਜਹਾਂ ਤਹਿ ਦੇਖੀਏ ਸਬਨ ਮਨ ਮੋਹੀਏ। ਕਿੱਥੇ ਕਿੱਥੇ ਵੇਖੀਏ ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ, ਕਹਿੰਦੇ ਮਨ ਮੋਹਿਆ ਜਾਂਦਾ ਸਤਿਗੁਰਾਂ ਦੀ ਵਡਿਆਈ ਨੂੰ ਵੇਖ ਕੇ ਸੁਣ ਕੇ। ਲਖਨਊ ਸਾਰਦ ਸੀ ਲਾਵਪੁਰ ਵਾਰਿਦ ਸੀ। ਲਖਨਊ ਸੀ, ਹਾਂ ਦੁਬਾਰਾ ਪੜੋ। ਲਖਨਊ ਸਾਰਦ ਸੀ ਲਾਵਪੁਰ ਵਾਰਿਦ ਸੀ। ਕਹਿੰਦੇ ਲਖਨਊ ਵਿੱਚ ਮਹਾਰਾਜ ਜੀ ਦੀ ਉਪਮਾ ਜਿਹੜੀ ਆ ਉਹ ਸਾਰਦ ਵਾਂਗੂ ਚਿੱਟੀ ਉਜਵਲ ਹੈ। ਲਖਨਊ ਯੂਪੀ ਦੇ ਵਿੱਚ, ਉੱਤਰ ਪ੍ਰਦੇਸ਼ ਵਿੱਚ, ਇੱਥੇ ਵੀ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ। ਲਖਨਊ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ। ਕਹਿੰਦੇ ਲਖਨਊ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਾਰਦ ਕਹੀਏ ਉਜਵਲ ਚਿੱਟੀ ਰੰਗ ਦੀ ਉਪਮਾ ਉੱਥੇ ਵੀ ਹੈ। ਲਾਭਪੁਰ ਵਾਰਦ ਸੀ, ਤੇ ਲਾਹੌਰ ਸ਼ਹਿਰ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ, ਉਹ ਵੀ ਵਾਰਦ ਵਾਂਗੂ ਜਲ ਵਾਂਗੂ ਨਿਰਮਲ ਹੈ। ਹਾਜੀਪੁਰ ਹੰਸਨੀ ਸੀ ਰੂਪਾ ਰੂਪ ਜਾਨੀਏ। ਤੇ ਕਹਿੰਦੇ ਹਾਜੀਪੁਰ ਦੇ ਵਿੱਚ ਹੰਸਨੀ ਵਰਗੀ ਮਹਿਮਾ ਮਹਾਰਾਜ ਜੀ ਦੀ ਵਰਤਦੀ ਹੈ। ਹਾਜੀਪੁਰ ਹੰਸਨੀ ਸੀ,
ਰੂਪਾ ਰੂਮ ਜਾਨੀਏ, ਰੋਮ ਦਾ ਇਲਾਕਾ ਜਿਹੜਾ ਰੋਮ, ਕਹਿੰਦੇ ਰੋਮ ਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਚਾਂਦੀ ਵਾਂਗੂ ਚਿੱਟੀ ਉਜਵਲ ਹੋ ਕੇ ਪ੍ਰਕਾਸ਼ਮਾਨ ਹੈ। ਕਰ ਕਾ ਐਰਾਕ ਉੱਡ ਗਨ ਸੀ ਐਰਾਨ ਰੂਰੀ। ਕਹਿੰਦੇ ਇਰਾਕ ਵਿੱਚ ਮਹਾਰਾਜ ਜੀ ਦੀ ਬਿਜਲੀ ਵਾਂਗੂ ਚਿੱਟੀ ਮਹਿਮਾ ਹੈ, ਔਰ ਈਰਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਤਾਰਿਆਂ ਵਾਂਗੂ ਚਿੱਟੀ ਉਜਵਲ ਹੈ। ਫਟਕ ਸੀ ਫਰਕਾਬਾਦ ਬੇਸਨ ਬਖਾਨੀਏ। ਤੇ ਫਟਕ ਦੇ ਸ਼ੀਸ਼ੇ ਵਾਂਗੂ ਫਰਖਾਬਾਦ ਦੇ ਵਿੱਚ ਮਹਾਰਾਜ ਜੀ ਦੀ ਮਹਿਮਾ ਵਿਸ਼ੇਸ਼ ਕਰਕੇ ਫੈਲੀ ਹੋਈ ਹੈ। ਉਦਦ ਬੰਦਰ ਮਦ ਉਦ ਸੀ ਫੈਲ ਰਹੀ। ਕਹਿੰਦੇ ਜਿੰਨੀਆਂ ਸਮੁੰਦਰ ਦੀਆਂ ਬੰਦਰਗਾਹਾਂ ਨੇ, ਜਿੰਨੀਆਂ ਬੰਦਰਗਾਹਾਂ ਨੇ ਸਮੁੰਦਰ ਦੀਆਂ, ਉਹਨਾਂ ਸਮਸਤ ਬੰਦਰਗਾਹਾਂ ਦੇ ਕਿਨਾਰਿਆਂ ਤੇ, ਚਾਹੇ ਉਹ ਮਦਰਾਸ ਹੋਵੇ, ਕਲਕੱਤਾ ਹੋਵੇ, ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਉਹਨਾਂ ਸਮਸਤ ਬੰਦਰਗਾਹਾਂ ਦੇ ਉੱਤੇ ਚਿੱਟੇ ਰੰਗ ਦੇ ਸਮੁੰਦਰ ਵਾਂਗੂ ਫੈਲੀ ਹੋਈ ਹੈ। ਉਹਨਾਂ ਬੰਦਰਗਾਹਾਂ ਤੇ ਵੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਫੈਲ ਰਹੀ ਹੈ। ਕੂਲ ਸੋ ਕਲਿੰਦਰੀ ਕੇ ਕੁੰਦ ਸੀ ਪਰਮਾਨੀਏ। ਤੇ ਫਿਰ ਕਲਿੰਦਰੀ ਕਹਿੰਦੇ ਆ ਜਮਨਾ ਨੂੰ। ਜਮਨਾ ਦੇ ਕਿਨਾਰੇ ਕਿਨਾਰੇ ਮਹਾਰਾਜ ਜੀ ਦੇ ਅਸਥਾਨ ਨੇ ਬਹੁਤ ਸਾਰੇ। ਕਹਿੰਦੇ ਕਲਿੰਦਰੀ ਦੇ ਕਿਨਾਰੇ ਕਿਨਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਗੁਰੂ ਨਾਨਕ ਸਾਹਿਬ ਦੀ ਉੱਥੇ ਵੀ ਆ ਜਮਨਾ ਕੰਢੇ। ਕੋਡੇ ਸੀ ਕਲਿੰਜਰ ਸਭੇ ਨ ਮੁਖ ਰਦਨ ਸੀ। ਕੋਡੇ ਸੀ ਕਹਿੰਦੇ ਕੌਡੀ ਹੁੰਦੀ ਹੈ ਨਾ, ਚਿੱਟੇ ਰੰਗ ਦੀ ਹੁੰਦੀ ਹੈ। ਕਹਿੰਦੇ ਕੌਡੀ ਵਰਗੀ ਚਿੱਟੀ ਮਹਿਮਾ, ਯਾਨੀ ਕਿ ਕੌਡੀ ਦਾ ਮਤਲਬ ਹੁੰਦਾ ਵੀ ਉਹਦਾ ਰੰਗ ਚਿੱਟਾ ਹੈ। ਚਿੱਟੇ ਰੰਗ ਦੀ ਮਹਿਮਾ ਗੁਰੂ ਨਾਨਕ ਸਾਹਿਬ ਦੀ ਕਲਿੰਜਰ ਨਗਰ ਹੈ, ਉਹਦੇ ਵਿੱਚ ਵੀ ਫੈਲੀ ਹੋਈ ਹੈ। ਨਾਨਕ ਕੀ ਕੀਰਤ ਸੰਤੋਖ ਸਿੰਘ ਗਾਨੀਏ। ਮਾਂ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿੰਨੀਆਂ ਉੱਤੇ ਥਾਵਾਂ ਮੇਰੀ ਸੁਰਤ ਵਿੱਚ ਆਈਆਂ ਮੈਂ ਦੱਸ ਦਿੱਤੀਆਂ। ਬਹੁਤ ਕੁਝ ਮੇਰੀ ਸੁਰਤ 'ਚ ਨਹੀਂ ਆਇਆ। ਜਿੱਥੇ ਜਿੱਥੇ ਵੀ ਸੰਸਾਰ ਦਾ ਕੋਈ ਕੋਈ ਕੋਨਾ ਕਹਿ ਲੋ, ਹਰ ਥਾਂ ਤੇ ਗੁਰੂ ਨਾਨਕ ਸਾਹਿਬ ਦੀ ਕੀਰਤੀ ਕਹੀ ਜਾ ਰਹੀ ਹੈ। ਹਰ ਜਗ੍ਹਾ ਤੇ ਪੀਰ ਦਸਤਗੀਰ ਦੇ ਪੁੱਤ ਨੂੰ ਲੈ ਗਏ ਨਾ ਜਦੋਂ ਸਤਿਗੁਰੂ ਲੱਖ ਪਤਾਲ ਤੇ ਲੱਖ ਆਕਾਸ਼ ਵਿਖਾਉਣ। ਪਹਿਲਾਂ ਲੱਖ ਆਕਾਸ਼ ਵਿਖਾਇਆ, ਫਿਰ ਲੱਖ ਪਤਾਲ, ਤੇ ਧੁਰੋਂ ਪਤਾਲੋਂ ਕੜਾਈ ਲਈ, ਕੜਾਹ ਪ੍ਰਸ਼ਾਦ ਦੀ ਬਗਦਾਦ ਉਹ ਲਿਆਂਦੀ। ਤੇ ਦਸਤਗੀਰ ਨੇ ਪੁੱਛਿਆ, ਹਾਂ ਪੁੱਤਰਾ ਵੇਖ ਆਇਆ? ਕਹਿੰਦਾ ਹਾਂ। ਆ ਪ੍ਰਮਾਣ ਵੀ ਆ ਵੀ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਇਆ ਪਤਾਲ 'ਚ। ਕਹਿੰਦਾ ਪਿਤਾ ਜੀ, ਅੱਬਾ ਜਾਨ, ਜਿੱਥੇ ਜਿੱਥੇ ਵੀ ਗਿਆ ਲੱਖ ਪਤਾਲ ਲੱਖ ਆਕਾਸ਼ ਵੇਖੇ ਨੇ, ਹਾਲੇ ਉਸ ਤੋਂ ਪਰੇ ਵੀ ਸੀ, ਪਰ ਮੈਂ ਹੈਰਾਨ ਹਾਂ। ਲੱਖ ਪਤਾਲ ਲੱਖ ਆਕਾਸ਼ ਵੇਖ ਕੇ ਹੈਰਾਨ ਨਹੀਂ ਹਾਂ। ਮੈਂ ਹੈਰਾਨ ਹਾਂ ਵੀ ਜਿੱਥੇ ਵੀ ਗਿਆ ਉੱਥੇ ਹੀ ਗੁਰੂ ਨਾਨਕ ਸਾਹਿਬ ਦੀ ਸੰਗਤ ਸੀ। ਸਤਿ ਸ੍ਰੀ ਅਕਾਲ। ਉਹ ਕਹਿੰਦਾ ਜਹ ਕਹਿ ਸੰਗਤ ਇਨ ਕੀ ਹੇਰੀ, ਜਹ ਕਹਿ ਸੰਗਤ ਇਨ ਕੀ ਹੇਰੀ। ਮੈਂ ਜਿੱਥੇ ਗਿਆ ਉੱਥੇ ਹੀ ਇਹਨਾਂ ਦੀ ਸੰਗਤ ਸੀ, ਉੱਥੇ ਹੀ ਇਹਨਾਂ ਦੀ ਉਮਤ ਸੀ, ਉੱਥੇ ਹੀ ਇਹਨਾਂ ਦਾ ਨਿਸ਼ਾਨ ਝੂਲਦਾ ਸੀ, ਉੱਥੇ ਹੀ ਇਹਨਾਂ ਦੀ ਉਪਮਾ ਕਰਨ ਵਾਲੇ ਬੈਠੇ ਸਨ। ਇਹ ਸਤਿਗੁਰਾਂ ਦੀ ਕੀਰਤੀ ਹੈ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਸਾਰੇ ਜਗਤ ਦੇ ਵਿੱਚ ਫੈਲੀ ਹੋਈ ਹੈ। ਦੋਹਰਾ 10 ਦਿਸ਼ ਹਿੰਦੂ ਤੁਰਕ ਮਹਿ, ਘਰ ਘਰ ਦੇਸ਼ ਵਿਦੇਸ਼। 10 ਦਿਸ਼ਾਵਾਂ ਵਿੱਚ, ਚਾਹੇ ਹਿੰਦੂ ਨੇ ਚਾਹੇ ਮੁਸਲਮਾਨ ਨੇ, ਘਰ ਘਰ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ। ਫੁੱਲਵਾਰੀ ਫੁੱਲੀ ਜੂਹੀ ਮਲਕਾ ਸੁਮਨ ਵਿਸ਼ੇਸ਼। ਮਹਾਰਾਜ ਜੀ ਦੀ ਕੀਰਤੀ ਦੀ ਫੁਲਵਾੜੀ ਫੁੱਲੀ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਫੁੱਲਾਂ ਦੀ ਉਪਮਾ ਵਾਂਗੂ ਸਾਰੇ ਜਗਤ ਦੇ ਵਿੱਚ ਵਿਸ਼ੇਸ਼ ਕਰਕੇ ਖਿੜੀ ਹੋਈ ਹੈ। ਚੌਪਈ ਅਵਰ ਨਰਨ ਸਰ ਜਨਮ ਸੁਧਾਰੇ। ਕਹਿੰਦੇ ਏਡੇ ਵੱਡੇ ਸੁਆਮੀ ਆਮ ਜਿਵੇਂ ਬੰਦੇ ਸਰੀਰ ਧਾਰਦੇ ਐ, ਉਹਨਾਂ ਵਾਂਗੂ ਸਰੀਰ ਧਾਰ ਕੇ ਸੰਸਾਰ 'ਚ ਵਿਚਰ ਰਹੇ ਨੇ। ਏਡੇ ਵੱਡੇ ਸੁਆਮੀ ਜਿਵੇਂ ਆਮ ਬੰਦਿਆਂ ਦੇ ਸਰੀਰ ਹੁੰਦੇ ਆ, ਉਦਾਂ ਦੇ ਸਰੀਰ ਧਾਰਨ ਕੀਤੇ ਆ ਸਤਿਗੁਰਾਂ ਨੇ। ਪਰ ਮੇਰੇ ਸਾਹਿਬ ਦਾ ਸਰੀਰ ਵੀ ਉਹ ਮਹਾਨ ਪਵਿੱਤਰ ਰੂਪ ਹੈ ਜਿਹੜਾ ਸੱਚਖੰਡ ਜਾਣ ਵੇਲੇ ਸਰੀਰ ਤਿਆਗਦੇ ਨਹੀਂ ਹਨ, ਅਲੋਪ ਹੋ ਜਾਂਦਾ। ਇਹਦਾ ਮਤਲਬ
ਉਹ ਨਜ਼ਰ ਤਾਂ ਸਾਡੇ ਵਾਂਗੂ ਆਉਂਦੇ ਸਨ, ਪਰ ਸਾਡੇ ਵਰਗੇ ਹੈਣ ਨਹੀਂ ਸਨ, ਕਿਉਂਕਿ ਪਰਮੇਸ਼ਵਰ ਨੇ, ਅਕਾਲ ਪੁਰਖ ਨੇ। ਹਾਂਜੀ। ਜੋ ਐਸੇ ਕਹਿ ਸੋ ਕੂੜਿਆਰੇ। ਜਿਹੜੇ ਕਹਿੰਦੇ ਆ ਨਾ ਵੀ ਗੁਰੂ ਨਾਨਕ ਸਾਹਿਬ ਨੇ ਜਨਮ ਧਾਰਿਆ, ਉਹ ਜਨਮ ਚ ਆਏ ਆ ਸਾਡੇ ਵਾਂਗੂ, ਕਹਿੰਦੇ ਉਹ ਬੰਦੇ ਝੂਠੇ ਆ ਸੰਸਾਰ 'ਚ। ਜਿਹੜੇ ਕਹਿੰਦੇ ਆ ਨਾ ਵੀ ਗੁਰੂ ਨਾਨਕ ਸਾਹਿਬ ਸਾਡੇ ਵਰਗੇ ਹੀ ਸੀ, ਸਾਡੇ ਵਰਗੇ ਹੀ ਆਮ ਬੰਦੇ ਸੀ, ਸਾਡੇ ਵਾਂਗੂ ਹੀ ਉਹਨਾਂ ਨੇ ਸਰੀਰ ਧਾਰਿਆ ਜੀ, ਉਹ ਤਾਂ ਸਾਡੇ ਨਾਲ ਵੱਖਰੇ ਥੋੜੀ ਨੇ, ਸਾਡੇ ਵਰਗੇ ਹੀ ਨੇ। ਮਾਂ ਕਵੀ ਜੀ ਕਹਿੰਦੇ ਆ ਉਹ ਬੰਦੇ ਸੰਸਾਰ 'ਚ ਝੂਠੇ ਹਨ। ਸੋ ਨਾਨਕ ਕੋ ਜਾਣਤ ਨਾਹੀ। ਦਰਅਸਲ ਉਹ ਗੁਰੂ ਨਾਨਕ ਸਾਹਿਬ ਨੂੰ ਜਾਣਦੇ ਹੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਦਾਵਾ ਕਰਦੇ ਆ ਵੀ ਅਸੀਂ ਜਾਣ ਲਿਆ, ਪਰ ਅਸਲੀਅਤ ਇਹ ਹੈ ਵੀ ਉਹ ਗੁਰੂ ਨਾਨਕ ਸਾਹਿਬ ਨੂੰ ਜਾਣ ਹੀ ਨਹੀਂ ਸਕੇ। ਕਹਿ ਗੁਰ ਨਿੰਦਕ ਨਿੰਦਾ ਪ੍ਰਾਹੀ। ਉਹ ਗੁਰੂ ਦੇ ਨਿੰਦਕ ਨੇ, ਨਿੰਦਾ ਕਰਨ ਵਾਲੇ ਨੇ ਇਹੋ ਜਿਹੇ ਲੋਕ। ਜੀਵਤ ਦੁਖ ਪਾਵਹਿ ਨਰ ਸੋਏ। ਉਹ ਜਿਉਂਦੇ ਵੀ ਦੁੱਖ ਭੋਗਦੇ ਆ ਸੰਸਾਰ ਵਿੱਚ, ਮੂਏ ਨਰਕ ਪ੍ਰਾਪਤ ਹੋਏ। ਤੇ ਮਰ ਕੇ ਵੀ ਨਰਕਾਂ ਦੀ ਅੱਗ 'ਚ ਸੜਦੇ ਹਨ। ਨਹਿ ਜਾਣਹਿ ਕਹਤੇ ਜੋ ਭੂਲੇ। ਕਹਿੰਦੇ ਉਹ ਨਹੀਂ ਜਾਣਦੇ, ਭੁੱਲੇ ਹੋਏ ਕਹਿੰਦੇ ਫਿਰਦੇ ਹਨ। ਅਬ ਸੁਨ ਸੋ ਹੋਵਹਿ ਅਨਕੂਲੇ। ਕਹਿੰਦੇ ਭਾਈ ਜੇ ਪਹਿਲਾਂ ਭੁੱਲੇ ਹੋਏ ਭੁਲੇਖੇ 'ਚ ਤੁਸੀਂ ਕਹਿ ਲਿਆ, ਹੁਣ ਮੈਂ ਤੁਹਾਨੂੰ ਸਮਝਾਉਣਾ ਤੇ ਹੁਣ ਵੀ ਸਮਝ ਜਾਓ। ਮਹਾਕਵੀ ਜੀ ਕਹਿੰਦੇ ਪਹਿਲਾਂ ਭੁੱਲ ਗਏ, ਭੁੱਲ ਦੇ ਵਿੱਚ ਤੁਸੀਂ ਕਹਿ ਦਿੱਤਾ ਤੇ ਨਹੀਂ ਸੀ ਮੰਨਦੇ। ਅਬ ਸੁਣ ਸੋ ਹੋਵੈ ਅਨਕੂਲੇ, ਹੁਣ ਵੀ ਸੁਣ ਕੇ ਅਨਕੂਲ ਹੋ ਜਾਓ। ਹਾਲੇ ਵੀ ਕੀ ਵਿਗੜਿਆ, ਹਾਲੇ ਵੀ ਡੁੱਲੇ ਬੇਰਾਂ ਦਾ ਕੱਖ ਨਹੀਂ ਵਿਗੜਿਆ। ਮਹਾਕਵੀ ਜੀ ਕਹਿੰਦੇ ਹੁਣ ਹੀ ਸੁਣ ਕੇ ਅਨਕੂਲ ਹੋ ਜਾਓ। ਦੋਹਰਾ ਸੁਨ ਸ਼ਰੋਤਨ ਸੁਖ ਪਾਏ, ਮਨ ਕੀਨੋ ਬਹੁਰ ਸੰਦੇਹ। ਜਦੋਂ ਇਹ ਕਥਾ ਮਹਾਕਵੀ ਜੀ ਨੇ ਕਹੀ ਨਾ, ਸਰੋਤੇ ਸੁਣ ਰਹੇ ਸੀ, ਉਹਨਾਂ ਨੇ ਸੁਣ ਕੇ ਆਪਣੇ ਹਿਰਦੇ ਦਾ ਇੱਕ ਸੰਦੇਹ ਵਿਅਕਤ ਕੀਤਾ, ਪ੍ਰਗਟ ਕੀਤਾ। ਵਦੀਰੀ ਦੇ ਮਹਿ ਲਾਲਸਾ, ਕਥਾ ਸੁਨਨ ਪਰ ਜੇ। ਉਹਨਾਂ ਦੇ ਮਨ 'ਚ ਹੋਰ ਲਾਲਸਾ ਵਧੀ ਕਥਾ ਸੁਣਨ ਦੀ, ਹੋਰ ਚਾਅ ਨਾਲ ਵੀ। ਜਦੋਂ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਸੁਣੀਆਂ, ਹੋਰ ਸ਼ੌਂਕ ਜਾਗਿਆ। ਮਹਾਕਵੀ ਜੀ ਇਹ ਦੱਸੋ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਹੈ, ਵੀ ਉਹ ਕੌਣ ਸੀ? ਫਿਰ ਸਰੋਤਿਆਂ ਨੇ ਇਹ ਸਵਾਲ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੱਚੇ ਪਾਤਸ਼ਾਹ ਕੀ ਕਹਿੰਦੇ ਆ ਗੁਰੂ ਨਾਨਕ ਸਾਹਿਬ ਬਾਰੇ, ਵੀ ਉਹ ਕੌਣ ਸਨ? ਫਿਰ ਮਹਾਕਵੀ ਜੀ ਉਹ ਅਨੁਵਾਦ ਕਰ ਰਹੇ ਨੇ। ਫਿਰ ਪੁੱਛਿਆ ਭਾਈ ਗੁਰਦਾਸ ਜੀ ਨੇ ਕੀ ਕਿਹਾ ਗੁਰੂ ਨਾਨਕ ਸਾਹਿਬ ਬਾਰੇ, ਵੀ ਉਹ ਸਾਡੇ ਵਰਗੇ ਆਮ ਬੰਦੇ ਸੀ, ਜਿਵੇਂ ਅੱਜ ਕੱਲ ਕਈ ਕਹਿ ਦਿੰਦੇ ਆਮ ਬੰਦੇ ਸੀ ਜੋ ਸਾਡੇ ਵਰਗੇ ਹੀ ਸਨ। ਭਾਈ ਗੁਰਦਾਸ ਜੀ ਕੀ ਕਹਿੰਦੇ ਆ ਗੁਰੂ ਨਾਨਕ ਸਾਹਿਬ ਕੌਣ ਸੀ? ਪਟ ਕੀ ਕਹਿੰਦੇ ਆ ਗੁਰੂ ਨਾਨਕ ਸਾਹਿਬ ਕੌਣ ਸਨ? ਜੋ ਭਾਈ ਗੁਰਦਾਸ ਜੀ ਨੇ ਕਿਹਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਅਸੀਂ ਉਹ ਮੰਨਣਾ। ਦੁਨੀਆ ਦੇ ਵਿਅਕਤੀ ਅੱਜ ਕੁਝ ਹੋਰ ਕਹਿੰਦੇ ਨੇ, ਕੱਲ ਕੁਝ ਹੋਰ ਕਹਿਣਗੇ, ਪਰਸੋਂ ਕੁਝ ਹੋਰ ਕਹਿਣਗੇ। ਜਿਹੜੇ ਪੈਰ ਪੈਰ ਤੇ ਬਦਲ ਜਾਣ, ਉਹਨਾਂ ਦੀਆਂ ਕਈਆਂ ਗੱਲਾਂ ਤੇ ਯਕੀਨ ਨਾ ਕਰੋ ਭਾਈ। ਸਤਿਗੁਰੂ ਸੱਚੇ ਪਾਤਸ਼ਾਹ ਕੀ ਕਹਿੰਦੇ ਆ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਕਥਾ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਪ੍ਰਗਟ ਭਈ ਸਗਲੇ ਜੁਗ ਅੰਤਰ, ਪ੍ਰਗਟ ਭਈ ਸਗਲੇ ਜੁਗ ਅੰਤਰ। ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ। ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ। ਗੁਰੂ ਨਾਨਕ ਕੀ ਵਡਿਆਈ, ਗੁਰੂ ਨਾਨਕ ਕੀ ਵਡਿਆਈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ